ਧਾਰਮਿਕ ਪੱਖੋਂ ਕਿਸ ਤਰੀਕੇ ਉਹਨਾਂ ਨੇ ਪਾੜ ਪਾਣੀ ਸ਼ੁਰੂ ਕੀਤੀ, ਬੇਅਦਬੀਆਂ ਹੋਣੀਆਂ ਸ਼ੁਰੂ ਹੋਈਆਂ ਇੱਕ ਮੰਦਿਰ ਵਿੱਚ ਜਾਂ ਗੁਰਦੁਆਰੇ ਵਿੱਚ, ਇਹ ਕੰਮ ਸ਼ੁਰੂ ਹੋਏ। ਫਿਰ ਉਸ ਤੋਂ ਬਾਅਦ ਸਾਨੂੰ ਜਿਹੜਾ ਅਸਲ ਇਸ ਗੱਲ ਦੀ ਮਾਰ ਪਈ ਹੈ, ਜੋ ਕਿ ਸਿੱਖ ਧਰਮ ਨੂੰ ਇੱਕ ਤਰੀਕੇ ਬੜੀ ਤਗੜੀ ਕਹਿ ਸਕਦੇ ਹਾਂ ਮਾਰ ਵੱਜਣੀ, ਕਿ ਅਸੀਂ ਜਾਤ ਪਾਤ ਦਾ ਇੱਕ ਵੱਖ ਐਤਕੀ ਮੁੱਦਾ ਖੜਾ ਕਰ ਦਿੱਤਾ। ਬੜੇ ਅਜੀਬ ਤਰ੍ਹਾਂ ਦੀ ਤਰੇੜ ਇਸ ਵਾਰ ਪੈਦਾ ਕੀਤੀ ਹੈ, ਜਿਹਨੂੰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਸਮਾਂ ਲੱਗੇਗਾ ਭਰਨ ਚ, ਤੇ ਸ਼ਾਇਦ ਜੇ ਇਸੇ ਤਰ੍ਹਾਂ ਹੀ ਤੁਲਦੀ ਰਹੀ ਤਾਂ ਭਰੇ ਹੀ ਨਾ ਜਾ ਸਕੇ। ਦੇਖੋ, ਮੇਰਾ ਧਰਮ, ਪਹਿਲੀ ਗੱਲ ਤਾਂ ਇੱਕ ਡਾਕਟਰ ਜਾਂ ਜੋ ਤੁਹਾਡਾ ਪੇਸ਼ਾ ਹੈ, ਮੇਰਾ ਖਿਆਲ ਹੈ ਉਹਦੇ ਵਿੱਚ ਧਰਮ ਨੇੜੇ ਤੇੜੇ ਫਟਕਦਾ ਵੀ ਨਹੀਂ, ਪਰ ਧਰਮ ਦਾ ਸਾਡੇ ਅੰਦਰ ਨਾਲ ਸੰਬੰਧ ਜ਼ਰੂਰ ਹੈ ਕਿ ਸਾਡੀ ਸੋਚ, ਕਿਉਂਕਿ ਧਰਮ ਨੇ ਸਿਰਫ ਸਾਡੀ ਸੋਚ ਤਬਦੀਲ ਕਰਨੀ ਹੁੰਦੀ ਹੈ ਕਿ ਅਸੀਂ ਕੀ ਵਹਿਸ਼ਿਆਨਾ ਹਾਂ ਜਾਂ ਦੂਸਰੇ ਦੀ ਭਲਾਈ ਬਾਰੇ ਸੋਚ ਵੀ ਸਕਦੇ ਹਾਂ ਜਾਂ ਆਪਣੇ ਤੱਕ ਸੀਮਤ ਹੋ ਗਏ ਹਾਂ। ਇਹੋ ਜਿਹੀਆਂ ਚੀਜ਼ਾਂ ਤੋਂ ਕਿਰਦਾਰ ਬਣਾਉਣਾ ਹੁੰਦਾ ਧਰਮ ਨੇ ਦਰਅਸਲ, ਕਿਉਂਕਿ ਜੇ ਇਨਸਾਨ ਹੈ ਤਾਂ ਧਰਮ ਹੈ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਸਾਂਝੀ ਗੱਲਬਾਤ। ਸਵਾਲ ਤੁਹਾਡੇ, ਜਵਾਬ ਸਾਡੇ। ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ, ਬਹੁਤ ਸਾਰੀਆਂ ਤੁਹਾਡੀਆਂ ਈਮੇਲਸ ਆਉਂਦੀਆਂ, ਮੈਸੇਜ ਆਉਂਦੇ ਆ, ਤੇ ਬਹੁਤ ਸਾਰੇ ਮੈਨੂੰ ਪਰਸਨਲ ਮੇਰੇ ਆਪਣੇ ਫੇਸਬੁੱਕ ਰਾਹੀਂ ਵੀ ਤੁਸੀਂ ਮੈਨੂੰ ਮੈਸੇਜ ਭੇਜਦੇ ਹੋ। ਸਾਰਿਆਂ ਦਾ ਹੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਇਹਨਾਂ ਪ੍ਰੋਗਰਾਮਾਂ ਨੂੰ ਦੇਖਦੇ ਹੋ ਤੇ ਪਸੰਦ ਵੀ ਕਰਦੇ ਹੋ। ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਸਾਂਝਾ ਪਲੇਟਫਾਰਮ ਰਾਹੀਂ ਅਸੀਂ ਇਹੋ ਜਿਹਾ ਪ੍ਰੋਗਰਾਮ ਲੈ ਕੇ ਆਈਏ ਜਿਨ੍ਹਾਂ ਤੋਂ ਤੁਸੀਂ ਕੁਝ ਸਿੱਖ ਸਕੋ, ਜਿਨ੍ਹਾਂ ਤੋਂ ਤੁਸੀਂ ਕੁਝ ਇਨਫੋਰਮੇਸ਼ਨ ਲੈ ਸਕੋ। ਤੇ ਬਹੁਤ ਸਾਰੇ ਸਵਾਲ ਸਾਨੂੰ ਹਮੇਸ਼ਾ ਆਉਂਦੇ ਸੀ, ਕਿਉਂਕਿ ਜਦੋਂ ਅਸੀਂ ਬਾਕੀ ਸਾਡੀਆਂ ਸ਼ਖਸੀਅਤਾਂ ਆਉਂਦੀਆਂ ਤੇ ਅਸੀਂ ਤੁਹਾਡੇ ਸਿੱਧੇ ਸਵਾਲ ਲੈ ਲਈਦੇ ਆ, ਪਰ ਕਈ ਇਹੋ ਜਿਹੇ ਸਾਡੇ ਪ੍ਰੋਗਰਾਮ ਹੁੰਦੇ ਆ ਸਵਾਲ ਅਸੀਂ ਉਹਦੇ 'ਚ ਵੀ ਲੈਂਦੇ ਆ, ਪਰ ਇੰਜ ਹੁੰਦਾ ਕਿ ਪਹਿਲਾਂ ਅਸੀਂ ਆਪਣੇ ਮਹਿਮਾਨ ਕੋਲੋਂ ਪੂਰੀ ਇਨਫੋਰਮੇਸ਼ਨ ਲਈਦੀ ਹੈ। ਤੇ ਜਿਵੇਂ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਇੱਕ ਪ੍ਰੋਗਰਾਮ ਇਹੋ ਜਿਹਾ ਰੱਖਿਆ ਕਰਾਂਗੇ ਜਿਹਦੇ ਵਿੱਚ ਸਵਾਲ ਤੁਹਾਡੇ ਸਾਰੇ ਜਿਹੜੇ ਲਿਖਤੀ ਰੂਪ 'ਚ ਸਾਡੇ ਕੋਲ ਪਹੁੰਚਦੇ ਨੇ, ਉਹਨਾਂ ਸਵਾਲਾਂ ਨੂੰ ਮੈਂ ਭੈਣ ਜੀ ਤੱਕ ਜ਼ਰੂਰ ਲੈ ਕੇ ਜਾਵਾਂ। ਤੇ ਤੁਸੀਂ ਜਾਣਦੇ ਹੋ ਸਾਂਝੀ ਗੱਲਬਾਤ ਨੂੰ ਤੁਸੀਂ ਹਮੇਸ਼ਾ ਹੀ ਉਡੀਕਦੇ ਹੋ, ਤੇ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਹੋਣਾ ਦੀ, ਤੇ ਤੁਸੀਂ ਹਮੇਸ਼ਾ ਹੀ ਬਹੁਤ ਸਾਰੀਆਂ ਦੁਆਵਾਂ ਭੇਜਦੇ ਹੋ। ਤੇ ਮੈਂ ਅਕਸਰ ਜਦੋਂ ਭੈਣ ਜੀ ਹੁਣਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਵੀ ਭਾਈ ਤੁਹਾਡਾ ਦੁਆਵਾਂ ਦਾ, ਪਿਆਰ ਦਾ ਤੇ ਅਸੀਸਾਂ ਦਾ ਟੋਕਰਾ ਜਿਹੜਾ ਨੱਕੋ ਨੱਕ ਭਰ ਗਿਆ। ਆ ਜਾਓ ਹੁਣ ਗੱਲਾਂ ਕਰਦੇ ਆ, ਤੇ ਨਾਲੇ ਤੁਹਾਡੀਆਂ ਲੋਕਾਂ ਵੱਲੋਂ ਭੇਜੀਆਂ ਹੋਈਆਂ ਜਿਹੜੀਆਂ ਅਸੀਸਾਂ, ਪਿਆਰ ਤੇ ਇੰਨਾ ਸਤਿਕਾਰ ਆ, ਉਹ ਵੀ ਅਸੀਂ ਤੁਹਾਨੂੰ ਤੁਹਾਡੇ ਤੱਕ ਪਹੁੰਚਦਾ ਕਰ ਦਈਏ। ਸੋ ਮੈਨੂੰ ਬੜਾ ਚੰਗਾ ਲੱਗਦਾ। ਸੋ ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਤੁਹਾਨੂੰ। ਥੈਂਕ ਯੂ ਜੀ ਸਮਾਂ ਦੇਣ ਨੂੰ, ਜੀ ਸਮਾਂ ਦੇਣ ਦੇ ਲਈ ਭੈਣ ਜੀ ਥੈਂਕ ਯੂ ਜੀ। ਇਹ ਬਹੁਤ ਵੱਡੀ ਗੱਲ ਆ, ਤੇ ਬਹੁਤ ਸਾਰਾ ਇਹੋ ਜਿਹੇ ਲੋਕ ਮੈਨੂੰ ਮਿਲਦੇ ਆ ਜਿਹੜੇ ਮੈਨੂੰ ਫੇਸ ਟੂ ਫੇਸ ਮਿਲ ਕੇ ਤੁਹਾਡੇ ਤੱਕ ਸੁਨੇਹੇ ਪਹੁੰਚਦੇ ਕਰਦੇ ਆ। ਤੇ ਜਦੋਂ ਮੈਂ ਪੁੱਛਦੀ ਆ ਕਿ ਕੋਈ ਸੁਨੇਹਾ ਆ, ਕੁਝ ਦੱਸਣਾ ਆ, ਤੇ ਕਹਿੰਦੇ ਨਹੀਂ ਬਸ ਤੁਸੀਂ ਇਹੀ ਕਹਿ ਦਿਓ ਕਿ ਸਾਡੇ ਵੱਲੋਂ ਬਹੁਤ ਸਾਰਾ ਪਿਆਰ। ਬਹੁਤ ਧੰਨਵਾਦ। ਮੈਂ ਤੇ ਪਹਿਲਾਂ ਹੀ ਕਹਿੰਦੀ ਹੁੰਦੀ ਆ, ਮੇਰੇ ਪੇਕੇ ਆ, ਦੇਖੋ ਨਾ ਇੰਨਾ ਪਿਆਰ ਕਈ ਵਾਰ ਸਾਂਭਿਆ ਹੀ ਨਹੀਂ ਜਾਂਦਾ। ਕੁਝ ਫੋਨ ਤਾਂ ਮੈਨੂੰ ਮਜਬੂਰੀ ਵਸ ਅੱਖਾਂ ਗਿੱਲੀਆਂ ਕਰ ਜਾਂਦੇ ਨੇ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਦੁਆਵਾਂ ਚੋਂ ਮੈਂ ਆਪਣੀ ਸਕੀ ਮਾਂ, ਆਪਣਾ ਸਕਾ ਪਿਓ ਮਹਿਸੂਸ ਕਰ ਸਕਦੀ ਹਾਂ। ਤੋ ਇੰਨਾ ਪਿਆਰ, ਇੰਨਾ ਨਿੱਘ, ਸੱਚੀ ਮੁੱਚੀ ਕਿਸਮਤਾਂ ਦੀ ਗੱਲ ਹੈ, ਜਾਂ ਉਸ ਰੱਬ ਦਾ ਹੀ ਸ਼ੁਕਰਾਨਾ ਕਰ ਸਕਦੇ ਹਾਂ ਜਿਹਨੇ ਸਾਂਝ ਗੰਢੀ, ਉਹ ਵੀ ਤੁਹਾਡੇ ਰਾਹੀਂ। ਬਹੁਤ ਧੰਨਵਾਦ, ਤੁਸੀਂ ਇੰਨਾ ਮੈਨੂੰ ਸਮਾਂ ਦਿੰਦੇ ਹੋ ਆਪਣੇ ਇਸ ਬਹੁਤ ਕੀਮਤੀ ਪ੍ਰੋਗਰਾਮ। ਤੇ ਭੈਣ ਜੀ ਥੋੜਾ ਜਿਹਾ ਪੰਜਾਬ ਦੀ ਧਰਤੀ ਦਾ ਦੱਸ ਦਿਓ, ਕਿਉਂਕਿ ਜਦੋਂ ਆਪਣੀਆਂ, ਬੇਸ਼ੱਕ ਤੁਹਾਡੇ ਪੇਕੇ ਤੁਸੀਂ ਇੱਥੇ ਕਹਿੰਦੇ ਹੋ, ਪਰ ਸਾਡੇ ਪੇਕੇ ਪੰਜਾਬ ਆ। ਸੋ ਜਦੋਂ ਅਸੀਂ ਕਹਿੰਦੇ ਆ ਕਿ ਸਾਡੇ ਪੇਕਿਆਂ ਵੱਲੋਂ ਕਿੱਦਾਂ ਦੀਆਂ ਹਵਾਵਾਂ ਆਉਣ, ਅਸੀਂ ਹਮੇਸ਼ਾ ਠੰਡੀਆਂ ਲੋਚਦੇ ਆ। ਸੋ ਥੋੜੀ ਜੀ ਸਾਡੇ ਪੇਕਿਆਂ ਦੀ ਗੱਲ ਕਰ ਲਓ ਜੀ। ਬਿਲਕੁਲ। ਦਰਅਸਲ ਕਹਿ ਲਓ ਕਿ ਪੇਕੇ ਮੇਰੇ ਵੀ ਇੱਥੇ ਦੇ ਹੀ ਸੀ, ਪਰ ਹੁਣ ਮੇਰੇ ਮਾਂ ਪਿਓ ਭੈਣ ਭਰਾ ਸਾਰੇ ਉਧਰ ਤੁਰ ਗਏ ਨੇ, ਤਾਂ ਕੀ ਕਰਾਂ। ਜੀ ਬਿਲਕੁਲ, ਗੱਲ ਸਹੀ ਹੈ। ਦੇਖੋ ਇਹ ਵਾਲਾ ਮੌਕਾ ਵਾਕਈ ਬਹੁਤ ਕਹਿ ਸਕਦੇ ਹਾਂ ਗੰਭੀਰ ਸਮੇਂ ਵਾਲਾ ਜੇ, ਕਿਉਂਕਿ ਚੋਣਾਂ ਭਾਵੇਂ ਹੋ ਚੁੱਕੀਆਂ, ਬਹੁਤ ਸਰਗਰਮੀ ਸੀ,
ਪਰ ਐਤਕੀ ਦੀ ਚੋਣ ਕੁਝ ਇਸ ਕਰਕੇ ਵੱਖ ਸੀ, ਇਹਦੇ ਵਿੱਚ ਅਸੀਂ ਮਜ਼ਹਬਾਂ ਦੀ ਬਹੁਤ ਵੱਡੀ ਵਰਤੋਂ ਕੀਤੀ, ਜਿੱਥੇ ਸਿਆਸਤਦਾਨਾਂ ਨੇ ਪਾੜ ਪਾਇਆ, ਹਿੰਦੂ ਵੀਰਾਂ ਨੂੰ ਖਤਰਾ ਜੇ ਇੱਥੇ, ਯਾਨੀ ਇਸ ਤਰ੍ਹਾਂ ਇੱਕ ਹਿੰਦੂ ਸਿੱਖ ਦਾ ਪਾੜ, ਇੱਕ ਈਸਾਈ ਧਰਮ ਦਾ ਪ੍ਰਫੁੱਲਿਤ ਹੋਣਾ, ਮੁਸਲਮਾਨ ਵੀਰਾਂ ਬਾਰੇ ਕੁਝ ਮਾੜੀ ਸ਼ਬਦਾਵਲੀ ਬੋਲਣੀ, ਫਿਰ ਧਾਰਮਿਕ ਪੱਖੋਂ ਕਿਸ ਤਰੀਕੇ ਉਹਨਾਂ ਨੇ ਪਾੜ ਪਾਣੀ ਸ਼ੁਰੂ ਕੀਤੀ, ਬੇਅਦਬੀਆਂ ਹੋਣੀਆਂ ਸ਼ੁਰੂ ਹੋਈਆਂ ਇੱਕ ਮੰਦਿਰ ਵਿੱਚ ਜਾਂ ਗੁਰਦੁਆਰੇ ਵਿੱਚ, ਇਹ ਕੰਮ ਸ਼ੁਰੂ ਹੋਏ। ਫਿਰ ਉਸ ਤੋਂ ਬਾਅਦ ਸਾਨੂੰ ਜਿਹੜਾ ਅਸਲ ਇਸ ਗੱਲ ਦੀ ਮਾਰ ਪਈ ਹੈ, ਜੋ ਕਿ ਸਿੱਖ ਧਰਮ ਨੂੰ ਇੱਕ ਤਰੀਕੇ ਬੜੀ ਤਗੜੀ ਕਹਿ ਸਕਦੇ ਆ ਮਾਰ ਵੱਜਣੀ, ਕਿ ਅਸੀਂ ਜਾਤ ਪਾਤ ਦਾ ਇੱਕ ਵੱਖ ਐਤਕੀ ਮੁੱਦਾ ਖੜਾ ਕਰ ਦਿੱਤਾ। ਜੀ ਬਿਲਕੁਲ। ਉਸ ਨੇ ਸਾਡੇ ਪਿੰਡਾਂ ਦੇ ਵਿੱਚ ਵੀ, ਆਮ ਪੰਜਾਬੀਆਂ ਵਿੱਚ ਬੜੇ ਅਜੀਬ ਤਰ੍ਹਾਂ ਦੀ ਤਰੇੜ ਇਸ ਵਾਰ ਪੈਦਾ ਕੀਤੀ ਹੈ, ਜਿਹਨੂੰ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਸਮਾਂ ਲੱਗੇਗਾ ਭਰਨ 'ਚ, ਤੇ ਸ਼ਾਇਦ ਜੇ ਇਸੇ ਤਰ੍ਹਾਂ ਹੀ ਤੁਰਦੀ ਰਹੀ ਤਾਂ ਭਰੇ ਹੀ ਨਾ ਜਾ ਸਕੇ। ਕਿਉਂਕਿ ਲੋਕ ਇਸ ਵੇਲੇ ਇੱਕ ਪੰਜਾਬੀ ਵਜੋਂ ਨਹੀਂ ਵਿਚਰ ਰਹੇ, ਉਹ ਜਾਤ ਪਾਤ ਦਾ ਆਪਣੇ ਤੇ ਠੱਪਾ ਲਾ ਕੇ ਤੁਰ ਫਿਰ ਰਹੇ ਨੇ। ਮਤਲਬ ਪਹਿਲੀ ਵਾਰ ਮੈਂ ਸੁਣਿਆ ਕਿ ਉਹ ਇਹ ਵੀ ਆ ਕੇ ਇੱਥੋਂ ਤੱਕ ਪੁੱਛ ਜਾਣਗੇ ਕਿ ਫਲਾਣੇ ਜਾਤ ਦਾ ਡਾਕਟਰ ਇੱਥੇ ਹੈ। ਮਤਲਬ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਸੀ ਅੱਗੇ ਅਸੀਂ ਸੁਣਿਆ, ਜਿਨ੍ਹਾਂ ਨੇ ਆਪਣੀਆਂ ਕਾਰਾਂ ਤੇ ਠੋਕ ਕੇ ਵੀ ਮੈਂ ਫਲਾਣੀ ਜਾਤ ਦਾ, ਇਦਾਂ ਦੀ ਵੀ ਚੀਜ਼ ਦੇਖਣ ਨੂੰ ਮਿਲ ਚੁੱਕੀ ਏ। ਘਰਾਂ ਦੇ ਬਾਹਰ ਬੋਰਡ ਲਾਣੇ ਤੇ ਠੋਕ ਕੇ ਲਿਖਣਾ ਮੇਰੀ ਫਲਾਣੀ ਜਾਤ ਹੈ। ਇਹ ਚੀਜ਼ਾਂ ਸਾਡੇ 'ਚ ਆਪਸ 'ਚ ਨਾ ਦਰਾਰ ਪੈਦਾ ਕਰ ਰਹੀਆਂ ਨੇ। ਬੜਾ ਆਉਣ ਵਾਲਾ ਸਮਾਂ ਸਹੀ ਨਹੀਂ ਲੱਗਦਾ ਜੇ ਵੇਲੇ ਸਿਰ ਆਪਾਂ ਨਾ ਲੋਕਾਂ ਨੂੰ ਜਾਗਰਿਤ ਕੀਤਾ ਕਿ ਉਹਨਾਂ ਦਾ ਵਕਤੀ ਇਹ ਕੰਮ ਸੀ, ਜਿਨ੍ਹਾਂ ਨੇ ਆਪਣੀ ਕੁਰਸੀ ਸੰਭਾਲਣ ਲਈ ਸਾਨੂੰ ਪਾੜ ਦਿੱਤਾ। ਪਰ ਸਾਨੂੰ ਤਾਂ ਅਖੀਰ ਜਾਗਰਤ ਹੋਣਾ ਪੈਣਾ। ਸਾਂਝੀਵਾਲਤਾ ਦਾ ਸੁਨੇਹਾ ਜੋ ਸਾਨੂੰ ਹਰ ਧਰਮ ਵਿੱਚੋਂ ਮਿਲਦਾ, ਉਹਨੂੰ ਸਾਨੂੰ ਵਾਪਸ ਖੜਾ ਕਰਨਾ ਪੈਣਾ। ਇਹ ਆਵਾਜ਼ ਸ਼ਾਇਦ ਮੇਰੀ ਉਨੀ ਦੂਰ ਤੱਕ ਨਾ ਜਾ ਸਕੇ ਜਾਂ ਮੇਰੇ ਵਰਗੇ ਹੋਰਨਾਂ ਦੀ, ਪਰ ਤੁਹਾਡੀ ਉੱਥੋਂ ਧਰਤੀ ਤੋਂ ਇਹ ਆਵਾਜ਼ ਚੁੱਕੀ ਬਈ ਭਾਈ ਆਪੋ 'ਚ ਨਾ ਲੜੋ, ਤੁਸੀਂ ਭਰਾ ਵੰਡੀਆਂ ਨਾ ਪਾਵੋ। ਉਹ ਤੁਹਾਡੀ ਆਵਾਜ਼ ਬਹੁਤ ਦੂਰ ਤੱਕ ਮਾਰ ਕਰੇਗੀ ਜੇ ਤੁਸੀਂ ਕਿਸੇ ਤਰੀਕੇ ਉਹਨਾਂ ਨੂੰ ਸੁਨੇਹਾ ਦੇ ਦਿਓ ਭਾਈ ਉਹ ਤਾਂ ਕੁਰਸੀਆਂ ਲੈ ਗਏ, ਉਹ ਤਾਂ ਆਪੋ 'ਚ ਸਗੋਂ ਇਕੱਠੇ ਨੇ, ਵੱਖ ਪਾਰਟੀਆਂ 'ਚ ਹੁੰਦੇ ਹੋਏ ਵੀ ਇਕੱਠੇ ਨੇ। ਜੀ ਬਿਲਕੁਲ। ਫਿਰ ਅਸੀਂ ਕਿਉਂ ਫਿਰ ਆਪੋ ਵਿੱਚ ਵੰਡੇ ਜਾ ਰਹੇ ਹਾਂ। ਜੀ ਬਿਲਕੁਲ, ਬਹੁਤ ਧੰਨਵਾਦ ਭੈਣ ਜੀ, ਤੇ ਬੜਾ ਵਧੀਆ ਮੈਸੇਜ ਹੈ, ਤੇ ਅਸੀਂ ਵੀ ਜ਼ਰੂਰ ਆਪਣੀ ਪਲੇਟਫਾਰਮ ਰਾਹੀਂ ਇਸ ਨੂੰ ਅੱਗੇ ਤੋਂ ਅੱਗੇ ਪਹੁੰਚਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਹੁਣ ਸਵਾਲ ਬੜੇ ਆਏ ਨੇ ਤੁਹਾਡੇ ਤੱਕ, ਪਰ ਦੋ ਸਵਾਲ ਜਿਹੜੇ ਬੜੇ ਅਹਿਮ ਆ, ਮੇਰਾ ਵੀ ਜੀ ਕੀਤਾ ਕਿ ਪਹਿਲਾਂ ਮੈਂ ਉਹਦੇ ਉੱਤੇ ਗੱਲ ਕਰਾਂ। ਇੱਕ ਸਵਾਲ ਸਾਨੂੰ ਇਹ ਪਹੁੰਚਿਆ, ਉਹ ਕਹਿੰਦੇ ਕਿ ਇਹ ਜਿਹੜਾ ਡਾਕਟਰਾਂ ਦਾ ਕੰਮ ਆ, ਜਿਹੜਾ ਡਾਕਟਰ ਦੇ ਕੋਲ ਜਾ ਕੇ ਮਰੀਜ਼ ਨੂੰ ਇਹ ਗੱਲਾਂ ਕਰਨ ਵਾਲੀਆਂ ਆ, ਤੇ ਤੁਸੀਂ ਭਲਾ ਇਹਨਾਂ ਨੂੰ ਕਿਉਂ ਟੀਵੀ ਤੇ ਬਹਿ ਕੇ ਡਿਸਕਸ ਕਰਦੇ, ਕਿਉਂ ਨਹੀਂ ਲੋਕਾਂ ਨੂੰ ਡਾਕਟਰ ਦੀ ਦੁਕਾਨ ਤੱਕ ਜਾ ਕੇ, ਉੱਥੇ ਉਹਦੇ ਕਲੀਨਿਕ ਤੱਕ ਜਾ ਕੇ ਇਹ ਗੱਲਾਂ ਕਰਦੇ। ਸੋ ਤੁਸੀਂ ਆਪਣੇ ਟੈਲੀਵਿਜ਼ਨ ਤੇ ਕਰਕੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹੋ, ਡਾਕਟਰਾਂ ਨੂੰ। ਤੇ ਮੈਂ ਇੱਕ ਡਾਕਟਰ ਨੂੰ ਇਹ ਸਵਾਲ ਕਰ ਰਹੀ ਹਾਂ ਕਿ ਤੁਹਾਨੂੰ ਕਿੰਨਾ ਕੁ ਨੁਕਸਾਨ ਪਹੁੰਚ ਰਿਹਾ ਜੀ? ਦੇਖੋ, ਹਰ ਤਰ੍ਹਾਂ ਦੀ ਸੋਚ ਦੇ ਲੋਕ ਨੇ। ਮੈਂ ਮੰਨਦੀ ਹਾਂ ਕਿ ਕੁਛ ਜ਼ਰੂਰ ਇਹ ਸੋਚਦੇ ਵੀ ਹੋਣਗੇ, ਕਿਉਂਕਿ ਸਾਡੇ ਕੋਲ ਇਹੋ ਜਿਹੀਆਂ ਐਗਜ਼ਾਮਪਲਸ ਨੇ ਕਿ ਡਾਕਟਰ ਆਪਣੇ ਮਰੀਜ਼ ਦੇਖਦਾ ਭਾਵੇਂ 2 ਦਿਨ ਤੋਂ ਛਾਤੀ 'ਚ ਦਰਦ ਸੀ, ਉਹ ਦਰਦ ਦਿਖਾਣ ਨਹੀਂ ਗਿਆ ਕਿ ਇਸ ਵੇਲੇ ਦਾ ਇੱਕ ਮਰੀਜ਼ ਜੇ ਖੁੰਝ ਗਿਆ, ਉਹ ਪੈਸੇ ਸ਼ਾਇਦ ਨਾ ਆ ਸਕਣ, ਤੇ ਉੱਥੇ ਹੀ ਰੱਬ ਨੂੰ ਪਿਆਰਾ ਹੋ ਗਿਆ। ਇਹੋ ਜਿਹੇ ਕੇਸ ਸਾਡੇ ਕੋਲ ਨੇ। ਹੁਣ ਇਹੋ ਜਿਹੀ ਵੀ ਸੋਚ ਹੋ ਸਕਦੀ ਹੈ ਕਿ ਇਹ ਚੀਜ਼ ਦੀ ਕਿਸੇ ਨੂੰ ਮੁਫਤੋਂ ਮੁਫਤ ਸਲਾਹ ਮਿਲ ਗਈ, ਤੇ ਉਸੇ ਚੀਜ਼ ਦੇ ਜੇ ਮੈਂ $200 ਲੈ ਲੈਂਦਾ ਤਾਂ ਫਿਰ ਉਹ ਸ਼ਾਇਦ ਮੈਂ ਅਗਲੇ ਜਨਮ ਤੱਕ ਨਾਲ ਲਿਜਾ ਸਕਦਾ ਹੁੰਦਾ। ਇਹ ਵੀ ਸੋਚ ਹੋ ਸਕਦੀ ਹੈ। ਆਪੋ ਆਪਣੀ ਸੋਚ ਹੈ, ਆਪਣਾ ਕਿਤੇ ਤੇ ਜ਼ੋਰ ਨਹੀਂ। ਸੋ ਜਿਸ ਨੂੰ ਲੱਗਦਾ ਵੀ ਇਹ ਮੁਫਤ ਮਿਲੀ ਜਾਣਕਾਰੀ ਕਿਤੇ ਉਹਦੇ ਯਾਨੀ ਕੰਮਕਾਰ ਨੂੰ ਅਸਰ ਪਾ ਰਹੀ ਹੈ, ਭਾਈ ਉਹਨਾਂ ਤੋਂ ਖਿਮਾ। ਪਰ ਮੈਨੂੰ ਲੱਗਦਾ ਬਹੁਤ ਵੱਡੇ ਗਿਣਤੀ 'ਚ ਨੇ ਉਹ ਲੋਕ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਘਰਾਂ ਵਿੱਚ ਜੇ ਫਾਇਦਾ ਮਿਲ ਰਿਹਾ। ਕਿਉਂਕਿ ਦੇਖੋ ਭੈਣ ਜੀ, ਇੱਕ ਚੀਜ਼ ਤਾਂ ਤੁਸੀਂ ਵੀ ਮੰਨਦੇ ਹੋ ਕਿ ਆਪਾਂ ਸਿਰਫ ਪੀੜ ਉਸੇ ਤੋਂ ਮਹਿਸੂਸ ਕਰਦੇ ਹਾਂ ਜਿੱਥੋਂ ਸਾਨੂੰ ਲੱਗੇ ਕਿ ਉਹ ਬੰਦਾ ਸਾਡੇ ਤੋਂ ਅਗਾਂਹ ਲੱਗ ਗਿਆ। ਨਹੀਂ ਤਾਂ ਸਾਨੂੰ ਕੀ ਪੀੜ ਹੈ? ਕੋਈ ਜਿਹੜਾ ਸਾਡੇ ਤੋਂ ਥੱਲੇ ਚੱਲ ਰਿਹਾ, ਸੀ ਸ਼ਾਇਦ ਸੋਚਦੇ ਵੀ ਨਹੀਂ ਉਹਦੇ ਬਾਰੇ।
ਸੋ ਸ਼ਾਬਾਸ਼ੀ ਤਾਂ ਤੁਹਾਨੂੰ ਹੈ ਕਿ ਤੁਹਾਡਾ ਪ੍ਰੋਗਰਾਮ ਇਹਦਾ ਮਤਲਬ ਹੈ ਹਰਮਨ ਪਿਆਰਾ ਹੈ ਜੋ ਕਿਸੇ ਦੇ ਸੱਟ ਮਾਰ ਰਿਹਾ, ਸੋ ਤੁਹਾਨੂੰ ਮੁਬਾਰਕ ਹੋਵੇ। ਇਹੋ ਥੈਂਕ ਜਿਹੇ ਯੂ ਜੇ ਜੀ। ਲੋਕ ਨਾ ਹੋਣ, ਗੁਰੂ ਸਾਹਿਬ ਵੀ ਸਾਡੇ ਤਾਂ ਕਹਿੰਦੇ ਸੀ ਜੇ ਵਿਰੋਧ ਨਹੀਂ ਹੈ ਤਾਂ ਉਹਦੀ ਹੋਂਦ ਹੀ ਨਹੀਂ ਹੈ। ਸੋ ਬਿਲਕੁਲ ਜੀ। ਸਾਡੀ ਜੇ ਹੋਂਦ, ਇਹਦਾ ਮਤਲਬ ਅਸੀਂ ਦਰਸਾ ਰਹੇ ਹਾਂ, ਤਾਂ ਸ਼ੁਕਰ ਕਰ ਸਕਦੇ ਹਾਂ ਰੱਬ ਦਾ। ਜੀ। ਤੇ ਅੱਛਾ ਭੈਣ ਜੀ, ਇੱਕ ਹੋਰ ਸਵਾਲ ਆਇਆ ਸੀ, ਉਹ ਵੀ ਕੋਧਰੇ ਦੇ ਆਟੇ ਦੀ ਅਸੀਂ ਗੱਲ ਕੀਤੀ ਸੀ। ਵੈਸੇ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਵੀ ਪੁੱਛਿਆ, ਮੈਨੂੰ ਪਰਸਨਲ ਕਾਲਾਂ ਵੀ ਸਟੂਡੀਓ 'ਚ ਆਉਂਦੀਆਂ ਰਹੀਆਂ ਕਿ ਕੋਧਰੇ ਦਾ ਆਟਾ ਸਾਨੂੰ ਮਿਲਣਾ ਕਿੱਥੋਂ ਆ। ਤੇ ਬਹੁਤ ਸਾਰਿਆਂ ਨੂੰ ਮੈਂ ਐਡਰੈਸ ਵੀ ਭੇਜਦੀ ਰਹੀ ਕਿ ਸਰੀ ਦੇ ਵਿੱਚ ਪੰਜਾਬੀ ਚੱਕੀ ਆ, ਉੱਥੋਂ ਲਿਆ ਸਕਦੇ ਆ। ਪਰ ਆਪਾਂ ਜਦੋਂ ਗੱਲ ਕੀਤੀ ਸੀ ਤੇ ਉਹ ਸਵਾਲ ਇਹ ਆਇਆ ਕਿ ਤੁਸੀਂ ਕੋਧਰੇ ਦੇ ਆਟੇ ਦੇ ਬਹਾਨੇ ਤੁਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ। ਸੋ ਉਹ ਥੋੜਾ ਜਿਹਾ ਮੈਂ ਤੁਹਾਤੋਂ ਜਾਣਨਾ ਚਾਹੂੰਗੀ ਵੀ ਇਹ ਕੀ ਲਿੰਕ ਆ ਕੋਧਰੇ ਦੇ ਆਟੇ ਦਾ ਸਿੱਖੀ ਦੇ ਵਿੱਚ, ਥੋੜਾ ਜਿਹਾ ਇਹ ਦੱਸ ਦਿਓ ਤਾਂ ਕਿ ਸ਼ਾਇਦ ਉਹਨਾਂ ਨੇ ਸਿਰਫ ਸਿੱਖੀ ਸ਼ਬਦ ਸੁਣ ਲਿਆ ਜਾਂ ਕੋਧਰੇ ਦਾ ਆਟਾ ਸੁਣ ਲਿਆ, ਉਹਨਾਂ ਨੇ ਉਹਦਾ ਪੂਰਾ ਨਹੀਂ ਸੁਣਿਆ ਵੀ ਅਸੀਂ ਕਹਿਣਾ ਕੀ ਚਾਹੁੰਦੇ ਸੀ। ਦੇਖੋ, ਮੇਰਾ ਧਰਮ, ਪਹਿਲੀ ਗੱਲ ਤਾਂ ਇੱਕ ਡਾਕਟਰ ਜਾਂ ਜੋ ਤੁਹਾਡਾ ਪੇਸ਼ਾ ਹੈ, ਮੇਰਾ ਖਿਆਲ ਹੈ ਉਹਦੇ ਵਿੱਚ ਧਰਮ ਨੇੜੇ ਤੇੜੇ ਫਟਕਦਾ ਵੀ ਨਹੀਂ। ਜੀ ਕਿਉਂਕਿ ਸਾਡੇ ਦੋਨਾਂ ਦੇ ਪੇਸ਼ੇ ਕੁਝ ਅਜਿਹੇ ਨੇ ਜਿਹਦੇ ਵਿੱਚ ਅਸੀਂ ਇਸ ਚੀਜ਼ ਨੂੰ ਪਰਾਂ ਰੱਖ ਕੇ ਹਮੇਸ਼ਾ ਗੱਲ ਕਰਦੇ ਹਾਂ। ਜੀ ਪਰ ਬਿਲਕੁਲ ਧਰਮ ਦਾ ਸਾਡੇ ਅੰਦਰ ਨਾਲ ਸੰਬੰਧ ਜ਼ਰੂਰ ਹੈ ਕਿ ਸਾਡੀ ਸੋਚ, ਕਿਉਂਕਿ ਧਰਮ ਨੇ ਸਿਰਫ ਸਾਡੀ ਸੋਚ ਤਬਦੀਲ ਕਰਨੀ ਹੁੰਦੀ ਹੈ ਕਿ ਜੀ ਅਸੀਂ ਕੀ ਬਿਲਕੁਲ ਵਹਿਸ਼ਿਆਨਾ ਹਾਂ ਜਾਂ ਦੂਸਰੇ ਦੀ ਭਲਾਈ ਬਾਰੇ ਸੋਚ ਵੀ ਸਕਦੇ ਹਾਂ ਜਾਂ ਆਪਣੇ ਤੱਕ ਸੀਮਤ ਹੋ ਗਏ ਹਾਂ। ਇਹੋ ਜਿਹੀਆਂ ਚੀਜ਼ਾਂ ਤੋਂ ਕਿਰਦਾਰ ਬਣਾਉਣਾ ਹੁੰਦਾ ਧਰਮ ਨੇ ਦਰਅਸਲ। ਜੀ ਕਿਉਂਕਿ ਜੇ ਇਨਸਾਨ ਹੈ ਤਾਂ ਧਰਮ ਹੈ, ਜੇ ਇਨਸਾਨ ਹੀ ਨਹੀਂ ਤਾਂ ਧਰਮ ਕਿੱਥੇ ਰਹਿ ਜਾਣਾ। ਸੋ ਸਭ ਤੋਂ ਵੱਡਾ ਧਰਮ ਤਾਂ ਅਸੀਂ, ਜਿਵੇਂ ਸਾਨੂੰ ਜੋ ਸੁਨੇਹਾ ਮਿਲਦਾ ਹੈ ਕਿ ਅਸੀਂ ਇੱਕੋ ਦੇ ਹੀ ਪੁੱਤਰ ਧੀਆਂ, ਸੋ ਜੀ ਆਪੋ ਵਿੱਚ ਸਾਂਝ ਰੱਖੀਏ। ਸਿਰਫ ਇੰਨਾ ਕੁ ਜ਼ਿਕਰ ਕਰਨਾ ਕਿ ਕੋਧਰੇ ਦਾ ਜ਼ਿਕਰ ਇਸ ਕਾਰਨ ਹੋਇਆ ਕਿ ਉਦੋਂ ਉਹ ਗੱਲ ਇੱਕ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਨਾਲ ਜੁੜੀ ਸੀ, ਜਿਸ ਦੇ ਪਿੱਛੇ ਗੱਲ ਬਹੁਤ ਜ਼ਿਆਦਾ ਡੂੰਘੀ ਸੀ ਕਿ ਭਾਈ ਮਾਣ ਨਾ ਕਰ, ਇਹ ਜਿਹੜਾ ਲੋਕਾਂ ਦਾ, ਗਰੀਬਾਂ ਦਾ ਲਹੂ ਚੂਸ ਕੇ ਬਣਾਇਆ ਹੋਇਆ ਹੁੰਦਾ ਨਾ, ਇਕੱਠਾ ਕੀਤਾ, ਇਹਦੇ ਵਿੱਚੋਂ ਕੁਝ ਹਾਸਲ ਨਹੀਂ ਹੁੰਦਾ। ਸੋ ਇਹੋ ਜਿਹੀ ਤਾਂ ਅਸੀਂ ਅਜੇ ਗੱਲ ਹੀ ਨਹੀਂ ਸੀ ਕੀਤੀ, ਸਿਰਫ ਇੰਨਾ ਕਿ ਉਹ ਜ਼ਿਕਰ ਉਦੋਂ ਦਾ ਆਇਆ ਤਾਂ ਹੀ ਕੋਧਰੇ ਬਾਰੇ ਜਾਣਨਾ ਸ਼ੁਰੂ ਕੀਤਾ। ਇਹਦੇ ਨਾਲ ਧਰਮ ਨੂੰ ਫੈਲਾਉਣ ਦੀ ਗੱਲ ਮੈਨੂੰ ਤੇ ਕਿਸੇ ਪਾਸਿਓਂ ਜੱਚਦੀ ਨਹੀਂ ਕਿ ਜੀ ਆਪਾਂ ਕੋਈ ਧਰਮ ਫੈਲਾ ਰਹੇ ਹਾਂ। ਬਟ ਇਹਦੇ ਨਾਲੋਂ ਨਾਲ ਇੱਕ ਹੋਰ ਵੀ ਮੇਰੇ ਵੱਡੇ ਵੀਰ ਦਾ ਫੋਨ ਮੈਨੂੰ ਇਹ ਆਇਆ ਸੀ ਕਿ ਤੁਸੀਂ ਇੱਕ ਕੋਧਰੇ ਦੀ ਹੋਈ ਗੱਲ ਕੀਤੀ, ਜਦ ਕਿ ਮੈਂ ਨੈਟ ਤੇ ਦੇਖਿਆ ਕਿ ਇਹਦੇ ਨਾਲ ਦੇ ਹੋਰ ਵੀ ਕਈ ਅੰਨ ਨੇ ਜਿਨ੍ਹਾਂ ਦਾ ਇਹੋ ਜਿੰਨਾ ਏਡਾ ਹੀ ਇਹਦੇ ਵਿੱਚ ਹੋਰ ਵੀ ਚੀਜ਼ਾਂ ਦਿਸਦੀਆਂ ਨੇ, ਉਹਨਾਂ ਬਾਰੇ ਜ਼ਿਕਰ ਕਿਉਂ ਨਹੀਂ ਕਰਦੇ। ਮੈਂ ਸਪਸ਼ਟ ਕਰਦੇ ਹਾਂ, ਆਪਾਂ ਹਰ ਪ੍ਰੋਗਰਾਮ ਵਿੱਚ ਸ਼ੁਰੂ ਵਿੱਚ ਇੱਕੋ ਗੱਲ ਕਹਿੰਦੇ ਹਾਂ ਕਿ ਅਸੀਂ ਸਿਰਫ ਤੇ ਸਿਰਫ ਖੋਜ ਦੇ ਉੱਤੇ ਆਧਾਰਿਤ ਗੱਲ ਕਰ ਰਹੇ ਹਾਂ। ਬਿਲਕੁਲ ਇੱਕ ਜੀ ਵੀ ਹਰਫ ਸੱਜੇ ਜਾਂ ਖੱਬੇ ਜਾਂ ਨੈਟ ਤੋਂ ਚੁੱਕ ਕੇ ਨਹੀਂ ਗੱਲ ਕਰ ਰਹੇ। ਜੋ ਮੇਰੇ ਆਪਣੇ ਜਰਨਲ ਵਿੱਚ, ਜਿੱਥੇ ਕਿ ਉਹਨਾਂ ਜੀ ਨੇ ਅਲੱਗ-ਅਲੱਗ ਬਿਮਾਰੀਆਂ ਉੱਤੇ ਖੋਜਾਂ ਕਰਕੇ ਜਦੋਂ ਇਹਦੀ ਵਰਤੋਂ ਕੀਤੀ ਹੋਈ ਹੈ, ਉਹਦੇ ਹੀ ਸਿਰਫ ਦੱਸ ਰਹੇ ਹਾਂ ਅਸੀਂ ਨਤੀਜੇ। ਬਿਲਕੁਲ ਇੱਕ ਵੀ ਜੇ ਆਪਾਂ ਹੁਣ ਨੈਟ ਤੋਂ ਕੱਢ ਕੇ ਪੜ੍ਹਨਾ ਸ਼ੁਰੂ ਕਰੀਏ ਤਾਂ ਉਹਦੇ ਵਿੱਚ ਤਾਂ ਇੰਨੀਆਂ ਕਈ ਵਾਰ ਗਲਤ ਜਾਣਕਾਰੀਆਂ ਨੇ, ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਜੇ ਅਸੀਂ ਕਦੇ ਉਹਦੇ ਵੱਲ ਸ਼ੁਰੂ ਹੋਈਏ ਕਿ ਡਾਕਟਰੀ ਪੇਸ਼ੇ ਵਜੋਂ ਸਾਨੂੰ ਤਾਂ ਕਈ ਵਾਰ ਸ਼ਿਕਾਇਤ ਕਰਨੀ ਪੈਂਦੀ ਹੈ ਗੂਗਲ ਨੂੰ, ਪਾਈਏ ਬਿਲਕੁਲ ਹੀ ਗਲਤ ਇਨਫੋਰਮੇਸ਼ਨ ਦਿੱਤੀ ਹੋਈ ਹੈ। ਸੋ ਉੱਥੋਂ ਮੇਰਾ ਖਿਆਲ ਹੈ ਆਪਾਂ ਨਾ ਇਨਫੋਰਮੇਸ਼ਨ ਚੁੱਕੀਏ, ਜੇ ਚੁੱਕਣੀ ਹੈ ਚਲੋ ਜਿਸਨੇ ਵੀ ਲੈਣੀ ਹੈ, ਪਰ ਸਾਡਾ ਪ੍ਰੋਗਰਾਮ ਸਿਰਫ ਤੇ ਸਿਰਫ ਖੋਜ ਦੇ ਉੱਤੇ ਆਧਾਰਿਤ ਹੈ ਕਿ ਜੀ ਜੇ ਹੋਰ ਕਿਸੇ ਕਿਸਮ ਦੇ ਆਟੇ ਤੇ ਖੋਜ ਹੋਏਗੀ ਜ਼ਰੂਰ ਉਹ ਵੀ ਸਾਂਝੀ ਕਰਾਂਗੇ। ਕਿ ਬਾਕੀ ਜਿਹੜੀਆਂ ਤੁਸੀਂ ਨੈਟ ਤੇ ਲੱਭ ਲੈਂਦੇ ਹੋ ਜਾਣਕਾਰੀ, ਉਹਦੇ ਤੇ ਅਸਲੀਅਤ ਵਿੱਚ ਬਹੁਤ ਫਰਕ ਹੁੰਦਾ ਜੀ। ਜੀ ਤੇ ਜਦੋਂ ਭੈਣ ਜੀ ਆਪਾਂ ਗੱਲ ਕੀਤੀ ਸੀ ਪਹਿਲਾਂ ਦੇਸੀ ਘੀ ਦੀ ਵੀ ਗੱਲ ਕੀਤੀ ਸੀ ਤੇ ਆਪਾਂ ਲਸਣ ਦੀ ਵੀ ਗੱਲ ਕੀਤੀ, ਬਹੁਤਿਆਂ ਦਾ ਸਵਾਲ ਆਇਆ ਕਿ ਥੋਮ ਕੀ ਹੁੰਦਾ, ਤੇ ਫਿਰ ਮੈਂ ਕਿਹਾ ਜੀ ਉਹਨੂੰ ਲਸਣ ਕਹਿੰਦੇ ਹੋ। ਕਹਿੰਦੇ ਵੀ ਇਹ ਅਸੀਂ ਪਹਿਲਾਂ ਨਹੀਂ ਕਦੇ ਸੁਣਿਆ। ਮੈਂ ਕਿਹਾ ਮੇਰੇ ਲਈ ਵੀ ਨਵਾਂ ਹੀ ਸ਼ਬਦ ਸੀਗਾ ਇਹੋ, ਪਰ ਚੰਗੀ ਗੱਲ ਆ ਕਿ ਅਸੀਂ ਸ਼ਬਦਾਂ ਨੂੰ ਹੋਰ ਜਾਣਦੇ ਆ, ਇੱਕ ਦੋ ਸ਼ਬਦਾਂ ਤੱਕ ਹੀ ਸੀਮਿਤ ਨਹੀਂ ਰਹਿੰਦੇ। ਤੇ ਕਿਸੇ ਨੇ ਸਵਾਲ ਘੱਲਿਆ, ਕਹਿੰਦੇ ਕਿ ਰੋਜ਼ ਖਾਣ ਦੇ ਨਾਲ ਲਸਣ ਕੀ ਕੋਈ ਸਾਈਡ ਇਫੈਕਟ ਤੇ ਨਹੀਂ ਸਰੀਰ ਤੇ ਪੈਂਦਾ ਕਿ ਜੇ ਹਰ ਰੋਜ਼ ਹੀ ਅਸੀਂ ਖਾਂਦੇ ਆ? ਦੇਖੋ ਭੈਣ ਜੀ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਤਾਂ ਅੰਗਰੇਜ਼ੀ ਦੀ ਕਹਾਵਤ ਹੈ। ਬਿਲਕੁਲ ਉਹਦੇ ਚ ਭਾਵੇਂ ਪਿਆਰ ਵੀ ਲੋੜੋਂ ਵੱਧ ਹੋਵੇ, ਜੀ ਝਿੜਕ ਲੋੜੋਂ ਵੱਧ ਹੋਵੇ, ਇਸੇ ਤਰ੍ਹਾਂ ਜਦਾਦ ਲੋੜੋਂ ਵੱਧ ਹੋਏ, ਯਾਨੀ ਕੋਈ ਵੀ ਚੀਜ਼ ਲੋੜੋਂ ਵੱਧ ਹਮੇਸ਼ਾ ਹੀ ਨੁਕਸਾਨ ਕਰਦੀ ਹੈ। ਇਸੇ ਲਈ ਮੈਂ ਬੜਾ ਸਪਸ਼ਟ ਕਿਹਾ ਸੀ ਕਿ ਜੇ ਤੁਸੀਂ ਕੋਈ ਆਪਰੇਸ਼ਨ ਕਰਵਾਉਣਾ ਹੈ
ਤਾਂ ਉਸ ਤੋਂ ਪਹਿਲਾਂ ਤੁਹਾਨੂੰ ਇਹ ਖਾਣਾ ਬੰਦ ਕਰਨਾ ਪੈਂਦਾ, ਕਿਉਂਕਿ ਇਹਦੇ ਨਾਲ ਰਿਸਕ ਬਲੀਡਿੰਗ ਦਾ ਵੱਧ ਜਾਂਦਾ ਜੇ। ਬਿਲਕੁਲ ਇਸੇ ਤਰ੍ਹਾਂ ਕੁਝ ਜਣਿਆਂ ਨੂੰ, ਜੇ ਤੁਸੀਂ ਖਾਸ ਤੌਰ ਤੇ ਤੁਸੀਂ ਰੋਜ਼ ਲੋੜੋਂ ਵੱਧ ਖਾ ਰਹੇ ਹੋ, ਯਾਨੀ ਤੁਸੀਂ ਕਹਿ ਦਿਓ ਕਿ ਅਸੀਂ 6 ਤੋਂ 8 ਤੁਰੀਆਂ ਰੋਜ਼ ਖਾਣੀਆਂ ਸ਼ੁਰੂ ਕਰ ਦਿੱਤੀਆਂ, ਤੁਹਾਨੂੰ ਐਸਿਡ ਰਿਫਲਕਸ ਹੋਣਾ ਸ਼ੁਰੂ ਹੋ ਸਕਦਾ ਹੈ, ਸਮੈਲ ਇੰਨੀ ਮਾੜੀ ਅੰਦਰੋਂ ਆਣੀ ਸ਼ੁਰੂ ਹੋ ਸਕਦੀ ਹੈ, ਤੇ ਈਵਨ ਕੁਝ ਕਹਿ ਸਕਦੇ ਹੋ ਕਿ ਡਾਈਜੈਸਟਿਵ ਇਸ਼ੂਜ਼ ਜਾਂ ਹੋਰ ਵੀ ਬਹੁਤ ਕੁਝ ਹੋ ਜਾਂਦਾ ਜੇ, ਜਿਹਦਾ ਮਤਲਬ ਹੈ ਕਿ ਤੁਸੀਂ ਸੀਮਿਤ ਮਾਤਰਾ ਵਿੱਚ ਜੇ ਖਾਓ ਤਾਂ ਆਪਣੇ ਤਾਂ ਪੰਜਾਬੀਆਂ ਦੇ ਮਸਾਲੇ ਹੀ ਤੁਸੀਂ ਵੇਖੋਗੇ ਹਮੇਸ਼ਾ ਤੋਂ ਹੀ ਜੀ ਅਸੀਂ ਤਾਂ ਲਸਣ ਥੋਮ ਵਰਤਦੇ ਹੀ ਰਹੇ ਹਾਂ, ਉਸ ਤੋਂ ਬਗੈਰ ਘੱਟ ਹੀ ਕੋਈ ਚੀਜ਼ ਬਣਾਈ ਦੀ ਹੈ। ਜੇ ਸਾਗ ਵੀ ਜੀ ਬਣਾਉਣਾ ਹੈ ਤਾਂ ਦੱਬ ਕੇ ਥੋਮ ਪਾਈ ਦੀ ਹੈ ਵੀ ਇਹਦੇ ਨਾਲ ਅਫਾਰਾ ਨਾ ਹੋਏ, ਗੈਸ ਨਾ ਹੋਏ। ਸੋ ਹੂੰ ਇਸੇ ਕਾਰਨ ਈਵਨ ਕਿ ਤੁਸੀਂ ਦੇਖਦੇ ਹੋਗੇ ਸਾਡੇ ਨਵ ਜੰਮੇ ਬੱਚਿਆਂ ਨੂੰ ਪੁਰਾਣੇ ਸਮਿਆਂ ਤੋਂ ਮਾਵਾਂ ਕਿ ਪੇਟ ਦੀ ਪ੍ਰੋਬਲਮ ਨਾ ਹੋਏ ਤਾਂ ਉਹਦੇ ਉਹ ਤੜਾਗੀ ਦੇ ਨਾਲ ਬੰਨ ਦਿੰਦੀਆਂ ਸੀ, ਥੋਮ ਉੱਤੇ ਬਾਹਰੋਂ ਹੀ ਬੰਨ ਦਿੰਦੀਆਂ ਸਨ, ਯਾਨੀ ਜੀ ਇੰਨੀ ਇਹਨੂੰ ਮਾਨਤਾ ਦਿੰਦੇ ਸਨ ਥੋਮ ਨੂੰ। ਸੋ ਥੋਮ ਰੈਗੂਲਰ ਤਰੀਕੇ ਤੁਸੀਂ 2 ਜਾਂ 3 ਤੁਰੀਆਂ ਰੋਜ਼ ਦੀਆਂ ਜੇ ਸਬਜ਼ੀ ਵਿੱਚ ਖਾ ਰਹੇ ਹੋ, ਉਹਨੂੰ ਕੁੱਟ ਕੇ ਖਾਸ ਤੌਰ ਤੇ, ਪਰ ਲੋੜੋਂ ਵੱਧ ਭੁੰਨ ਕੇ ਨਾ ਲਓ, ਤਾਂ ਉਹ ਬੜਾ ਵਧੀਆ ਤੁਹਾਨੂੰ ਅਸਰ ਦੇਏਗਾ, ਇੰਨੇ ਕੁ ਨਾਲ ਨੁਕਸਾਨ ਨਹੀਂ ਹੁੰਦਾ। ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਹਾਡਾ ਐਸਿਡ ਰਿਫਲਕਸ ਕਰ ਦੇਣਗੀਆਂ, ਉਹ ਵੱਖਰਾ ਉਹਦਾ ਇਲਾਜ ਹੈ, ਵੱਖਰਾ ਸਭ ਕੁਝ, ਪਰ ਸਾਰਾ ਕੁਝ ਥੋਮ ਦੇ ਉੱਤੇ ਆਧਾਰਿਤ ਨਾ ਕਰੀਏ। ਹਾਂ, ਇੱਕ ਚੀਜ਼ ਜ਼ਰੂਰ ਕਿ ਤੁਸੀਂ ਕੱਚਾ ਥੋਮ ਜੇ ਇਸ ਤਰ੍ਹਾਂ ਡੇਲੀ ਲੈ ਰਹੇ ਹੋ, ਤੁਹਾਨੂੰ ਉਹਦੇ ਨਾਲ ਪ੍ਰੋਬਲਮ ਹੋ ਰਹੀ ਹੈ, ਤਾਂ ਉਹਨੂੰ ਉਹਦੀ ਥਾਂ ਤੇ, ਜਿਵੇਂ ਆਪਾਂ ਪਹਿਲਾਂ ਵੀ ਕੀਤਾ ਸੀ ਗੱਲ, ਕਿ ਤੁਸੀਂ ਉਹਨੂੰ ਸੂਪ ਵਿੱਚ ਜਾਂ ਸਬਜ਼ੀ ਵਿੱਚ ਪਾ ਕੇ ਲੈ ਸਕਦੇ ਹੋ। ਜੀ ਤੇ ਅਗਲਾ ਸਵਾਲ ਭੈਣ ਜੀ ਕੀਤਾ, ਉਹ ਕਹਿੰਦੇ ਕਿ ਦੁੱਧ ਕਿਹੜਾ ਵਧੀਆ ਹੁੰਦਾ, ਮੱਝ ਦਾ ਦੁੱਧ ਜਾਂ ਗਾਂ ਦਾ ਦੁੱਧ ਵਧੀਆ ਹੁੰਦਾ ਸਿਹਤ ਲਈ? ਜੀ ਅਸਲ 'ਚ ਜੇ ਅਸੀਂ ਦੇਖੀਏ ਪਾਣੀ ਜਾਂ ਕਾਰਬੋਹਾਈਡਰੇਟਸ ਵਜੋਂ ਦੇਖੀਏ ਤਾਂ ਦੋਨਾਂ 'ਚ ਲਗਭਗ ਇੱਕੋ ਜਿਹਾ ਹੀ ਹੁੰਦਾ ਜੇ, ਪਰ ਇਹਦੇ ਵਿੱਚ ਪ੍ਰੋਟੀਨ ਦਾ ਵੀ ਥੋੜਾ ਜਿਹਾ ਫਰਕ ਹੈ। ਜਿਵੇਂ ਕਹਿ ਸਕਦੇ ਹਾਂ ਆਪਾਂ ਵੀ 9 ਗ੍ਰਾਮ ਪ੍ਰੋਟੀਨਸ ਨੇ ਪਰ 100 ਗ੍ਰਾਮ ਜੇ ਤੁਸੀਂ ਦੁੱਧ ਲੈਂਦੇ ਹੋ ਮੱਝ ਦਾ, ਤੇ 8 ਕੁ ਹੁੰਦੀਆਂ ਨੇ ਉਹਦੇ 'ਚ ਗਾਂ ਵਾਲੇ 'ਚ। ਬਿਲਕੁਲ ਇਸੇ ਤਰ੍ਹਾਂ ਜੇ ਫੈਟ ਲਈਏ ਹਿਸਾਬ, ਤਾਂ ਇਹਦੇ 'ਚ ਜਿਹੜਾ ਅਸੀਂ ਇਹਦੇ 'ਚ ਬਫਲੋਜ਼ ਮਿਲਕ ਵਿੱਚ 17 ਗ੍ਰਾਮ ਹੁੰਦਾ ਜੇ, ਜੋ ਕਿ ਬਨਿਸਬਤ ਉਧਰ ਸਿਰਫ 8 ਗ੍ਰਾਮ ਹੁੰਦਾ ਜੇ ਜੋ ਜੀ ਅਸੀਂ ਗਾਂ ਵਾਲੇ ਪਾਸੇ ਦੇਖਦੇ ਹਾਂ, ਜੋ ਕਿ ਕਾਫੀ ਫਰਕ ਹੈ ਫੈਟ ਦੇ ਵਿੱਚ। ਪਰ ਹੂੰ ਇਹਦਾ ਇੱਕ ਪੋਜ਼ਿਟਿਵ ਚੀਜ਼ ਇਹ ਸਾਨੂੰ ਦਿਸਦੀ ਹੈ ਕਿ ਇਹਦੇ ਨਾਲ ਸਟਾਈਟੀ ਬੜੀ ਤਗੜੀ ਹੁੰਦੀ ਜੇ। ਸੋ ਇਸ ਕਰਕੇ ਜੇ ਮੱਝ ਦਾ ਦੁੱਧ ਲੈਂਦੇ ਆ ਤਾਂ ਉਹਦੇ ਨਾਲ ਸਗੋਂ ਸਾਡਾ weight ਕੰਟਰੋਲ 'ਚ ਰਹਿੰਦਾ ਹੈ, ਕਿਉਂਕਿ ਉਹ ਛੇਤੀ ਸਾਨੂੰ ਜਿਵੇਂ ਢਿੱਡ ਭਰਿਆ ਜਿਹਾ ਦਾ ਅਹਿਸਾਸ ਦਿਵਾ ਦਿੰਦਾ। ਕੈਲਰੀਜ਼ ਲਗਭਗ ਤੁਸੀਂ ਕਹਿ ਲਓ ਕਿ 32% ਜਿਹੜੀਆਂ ਹੋ ਜਾਂਦੀਆਂ ਨੇ ਤੁਹਾਨੂੰ ਔਨ ਐਨ ਐਵਰੇਜ, ਜਿਹੜੀਆਂ ਡੇਲੀ ਰਿਕੁਆਇਰਮੈਂਟ ਉਹਦੀ ਚਲੀ ਜਾਂਦੀ ਹੈ ਇਹਦੇ 'ਚ। ਉਧਰ ਗਾਂ ਵਾਲੇ 'ਚ 21% ਰਹਿ ਜਾਂਦੀਆਂ। ਇਸੇ ਤਰ੍ਹਾਂ ਇੱਕ ਖਾਸ ਜ਼ਿਕਰ ਕਰਦੇ ਹਾਂ ਲੈਕਟੋਜ਼ ਦਾ, ਕਿਉਂਕਿ ਲੈਕਟੋਜ਼ ਦੀ ਮਾਤਰਾ ਇਹਦੇ ਵਿੱਚ ਵੱਧ ਹੁੰਦੀ ਜੇ ਮੱਝ ਦੇ ਦੁੱਧ ਵਿੱਚ। ਸੋ ਜੇ ਜਿਸ ਨੂੰ ਲੈਕਟੋਜ਼ ਇੰਟੋਲਰੈਂਸ ਹੈ, ਉਹ ਗਾਂ ਦਾ ਉਹ ਵੀ ਘੱਟ ਹੈ। ਜੇ ਜ਼ਿਆਦਾ ਫਿਰ ਤਾਂ ਹਰ ਕਿਸਮ ਦਾ ਹੀ ਬੰਦ ਕਰਨਾ ਪਏਗਾ, ਪਰ ਘੱਟ ਹੈ ਤਾਂ ਤੁਸੀਂ ਗਾਂ ਦਾ ਦੁੱਧ ਲੈ ਸਕਦੇ ਹੋ, ਪਰ ਮੱਝ ਦਾ ਅਵੋਇਡ ਕਰੋ। ਵਿਟਾਮਿਨਸ ਜਾਂ ਮਿਨਰਲਸ ਦੀ ਜੇ ਗੱਲ ਕਰਨੀ ਹੋਏ ਤਾਂ ਉਹ ਮੱਝ ਦੇ ਦੁੱਧ ਵਿੱਚ ਜ਼ਿਆਦਾ ਹੁੰਦੇ ਨੇ। ਇਸੇ ਤਰ੍ਹਾਂ ਫਾਸਫੋਰਸ ਇਹਦੇ 'ਚ ਵੱਧ ਜੇ, ਕੈਲਸ਼ੀਅਮ ਵੱਧ ਜੇ। ਇਹ ਸਾਰੀਆਂ ਚੀਜ਼ਾਂ ਜੇ ਦੇਖਣੀਆਂ ਹੋਣ ਤਾਂ ਤੁਹਾਨੂੰ ਉਸ ਹਿਸਾਬ ਨਾਲ ਮੱਝ ਦਾ ਦੁੱਧ ਬੈਟਰ ਜੇ। ਭਾਵੇਂ ਆਪਾਂ ਗਾਂ ਦੇ ਦੁੱਧ ਨੂੰ ਕੋਈ ਇੱਕ ਖਾਸ ਕੰਪਨੀ ਪ੍ਰਮੋਟ ਕਰਦੀ ਜੇ ਇਸ ਕਾਰਨ ਕਿ ਉਹਦੇ ਸੇਲਸ ਵਧੀਆ ਹੋ ਜਾਣ, ਉਹ ਵਾਕੇ, ਜੀ ਪਰ ਡਾਕਟਰੀ ਪੱਖੋਂ ਜੋ ਸਹੀ ਹੈ ਮੈਂ ਤਾਂ ਸਿਰਫ ਉਨੇ ਕੁ ਦੀ ਜ਼ਿਕਰ ਕਰਾਂਗੀ। ਪਰ ਇੰਨਾ ਜ਼ਰੂਰ ਹੈ ਕਿ ਅਸੀਂ ਭਾਰ ਘਟਾਉਣ ਲਈ ਜਦੋਂ ਕਿਸੇ ਨੂੰ ਗੱਲ ਕਰਦੇ ਹੋਈਏ ਤਾਂ ਅਸੀਂ ਕਹੀਦਾ ਕਿ ਸਟਾਈਟੀ ਹੋਣੀ ਜ਼ਰੂਰੀ ਹੈ, ਕਿ ਇਹ ਨਾ ਹੋਏ ਖੋਹ ਪੈਂਦੀ ਰਵੇ ਵੀ ਹਾਏ ਮੈਂ ਹੁਣ ਕੁਝ ਖਾਣਾ ਹੈ। ਸੋ ਇਸ ਇੱਕ ਗਲਾਸ ਨਾਲ ਜੇ ਤੁਹਾਡਾ ਢਿੱਡ ਭਰਿਆ ਮਹਿਸੂਸ ਹੁੰਦਾ ਤਾਂ ਤੁਸੀਂ ਆਪਣੇ ਆਪ ਹੀ ਉਸੇ ਹਿਸਾਬ ਨਾਲ ਘੱਟ ਖਾਓਗੇ। ਜੀ ਤੇ ਅਗਲਾ ਭੈਣ ਜੀ ਸਵਾਲ ਹੈਗਾ ਕਿ ਯੂਰਿਕ ਐਸਿਡ ਵੀ ਰਹਿੰਦਾ ਆ ਤੇ ਨਾਲ ਉਹ ਕਹਿੰਦੇ ਕਿ ਗੈਸ ਬਣਦੀ ਬਹੁਤ, ਤੇ ਕੋਈ ਨੁਸਖਾ ਹੈਗਾ ਜਿਹਦੇ ਨਾਲ ਮੈਨੂੰ ਆਰਾਮ ਮਿਲ ਸਕੇ, ਤੇ ਉਹ ਗੋਲੀ ਵੀ ਖਾਂਦੇ ਆ ਐਸਿਡ ਦੀ? ਹਾਂ, ਦੇਖੋ ਯੂਰਿਕ ਐਸਿਡ ਨੇ ਨਾ ਸਾਡੀ ਡਾਕਟਰਾਂ ਦੀ ਕਮਾਈ ਬਹੁਤ ਕੀਤੀ ਹੈ, ਬਹੁਤ ਬਹੁਤ ਵਧੀਆ ਲੋਕਾਂ ਨੂੰ ਆ ਜੀ, ਤਰੀਕੇ ਬਹੁਤ ਸਾਡੇ ਲੋਕਾਂ ਨੂੰ। ਜੀ। ਕਿਉਂਕਿ ਗੱਲ ਦਰਅਸਲ ਇਹ ਹੈ ਕਿ ਯੂਰਿਕ ਐਸਿਡ ਹੈ ਕੀ, ਸਾਡੇ ਸਰੀਰ ਅੰਦਰ ਇੱਕ ਪ੍ਰੋਟੀਨ ਜੇ ਪਿਓਰੀਨ ਦਾ ਮੈਟਾਬੋਲਿਜ਼ਮ, ਯਾਨੀ ਉਹਦੀ ਤੋੜ ਫੋੜ ਵਿੱਚੋਂ ਨਿਕਲਿਆ ਇੱਕ ਅੰਸ਼ ਜੇ। ਜੀ ਯੂਰਿਕ ਐਸਿਡ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ। ਇੱਕ ਬੜੀ ਕਲੀਅਰ ਗੱਲ ਦੱਸਦੇ ਆ, ਸਾਡੇ ਬਹੁ ਗਿਣਤੀ ਡਾਕਟਰ
ਖਿਮਾ ਮੰਗਦੇ ਹੋਏ, ਮੈਂ ਕਿਸੇ ਦੇ ਕਿਰਦਾਰ ਤੇ ਕੋਈ ਨਹੀਂ ਪੁਆਇੰਟ ਚੁੱਕ ਰਹੀ, ਉਹ ਯੂਰਿਕ ਐਸਿਡ ਦੇ ਮਤਲਬ ਲੈਬੋਰੇਟਰੀ ਦੇ ਟੈਸਟ ਦਾ ਇਲਾਜ ਸ਼ੁਰੂ ਕਰ ਦਿੰਦੇ ਨੇ, ਬੰਦੇ ਨੂੰ ਕੋਈ ਬਿਮਾਰੀ ਹੋਵੇ ਜਾਂ ਨਾ ਹੋਵੇ। ਉਹ ਚੱਕਰ ਐਸਾ ਚੱਲਦਾ ਹੈ ਵੀ ਅਸੀਂ ਕਈ ਵਾਰ ਥੱਬਿਆਂ ਦੇ ਥੱਬੇ ਟੈਸਟਾਂ ਦੇ ਵੇਖਦੇ ਹਾਂ ਕਿ ਉਹ ਹਰ ਮਹੀਨੇ ਯੂਰਿਕ ਐਸਿਡ ਟੈਸਟ ਕਰਾਈ ਜਾਂਦੇ ਨੇ। ਜਦੋਂ ਪੁੱਛੀਦਾ ਬਿਮਾਰੀ ਕੋਈ ਨਹੀਂ ਜੀ, ਬਸ ਯੂਰਿਕ ਐਸਿਡ ਵਧਿਆ ਹੋਇਆ। ਸੋ ਪਹਿਲੀ ਚੀਜ਼ ਤਾਂ ਭਈ ਯੂਰਿਕ ਐਸਿਡ ਵਧਣਾ ਬਿਮਾਰੀ ਨਹੀਂ, ਇੱਕ ਹਿੱਸਾ ਜੇ ਇੱਕ ਮੈਟਾਬੋਲਿਕ ਸਿੰਡਰੋਮ ਅਸੀਂ ਕਹਿੰਦੇ ਆ, ਜਿਹਦਾ ਇੱਕ ਇਹ ਹਿੱਸਾ ਹੋ ਸਕਦਾ ਹੈ, ਇੱਕ ਵਾਰਨਿੰਗ ਸਾਈਨ ਹੈ ਕਿ ਭਈ ਤੁਸੀਂ ਆਪਣੀ ਖੁਰਾਕ ਵਿੱਚ ਜਿਹੜੀ ਤਬਦੀਲੀ ਕਰਨ ਦਾ ਮਤਲਬ ਹੈ ਮਿੱਠਾ ਘਟਾਉਣਾ ਹੈ, ਹੋਰ ਚੀਜ਼ਾਂ ਨਹੀਂ। ਆਪਣਾ ਭਾਰ ਕਾਬੂ 'ਚ ਰੱਖੋ। ਇਹ ਮੈਟਾਬੋਲਿਕ ਸਿੰਡਰੋਮ ਦਾ ਮਤਲਬ ਹੀ ਹੈ ਵੀ ਤੁਹਾਨੂੰ ਮੋਟਾਪੇ ਵੱਲ ਨੂੰ ਜਾ ਰਹੇ ਹੋ ਤੁਸੀਂ, ਤੁਹਾਡੇ ਹਾਰਟ ਦੀਆਂ ਪ੍ਰੋਬਲਮਸ ਬਾਅਦ 'ਚ ਆ ਸਕਦੀਆਂ, ਡਾਇਬਟੀਜ਼ ਹੋ ਸਕਦੀ ਹੈ, ਹਾਈਪਰਟੈਂਸ਼ਨ ਹੋ ਸਕਦੀ ਹੈ, ਕੋਰਨਰੀ ਹੋ ਸਕਦੀ ਹੈ। ਸੋ ਇਹਦਾ ਮਤਲਬ ਇਹ ਤੁਹਾਡਾ ਸਰੀਰ ਵਾਰਨਿੰਗ ਦੇ ਰਿਹਾ ਭਈ ਇਹ ਮੈਂ ਇਕੱਠਾ ਤਾਂ ਕਰ ਰਿਹਾ ਕਿ ਤੁਸੀਂ ਉਸ ਮੈਟਾਬੋਲਿਕ ਸਿੰਡਰੋਮ ਤੋਂ ਬਚ ਸਕੋ। ਆਪਣੀ ਸਹੀ ਖੁਰਾਕ ਕਰੋ ਜਿਸ 'ਚ ਮਿੱਠਾ ਨਾ ਹੋਵੇ, ਤੇ ਨਾਲੇ ਤੁਸੀਂ ਕਸਰਤ ਇੱਕ ਰੋਜ਼ਾਨਾ ਆਪਣੀ ਸ਼ੁਰੂ ਕਰ ਲਵੋ। ਸੋ ਇਹ ਜਿਸ ਵਿੱਚ ਦਵਾਈਆਂ ਦੀ ਬਹੁਤੀ ਲੋੜ ਨਹੀਂ ਹੁੰਦੀ, ਸਾਡੇ ਬਹੁਤ ਸਾਰੇ ਲੋਕ ਐਲੋਪਿਊਰਿਨੋਲ ਲੈਣੀ ਸ਼ੁਰੂ ਕਰ ਦਿੰਦੇ ਨੇ, ਜਿਹਦੇ ਬੜੇ ਸੀਰੀਅਸ ਸਾਈਡ ਇਫੈਕਟਸ ਬਾਅਦ 'ਚ ਮਿਲਦੇ ਨੇ। ਸੋ ਪਲੀਜ਼ ਰੱਬ ਦਾ ਵਾਸਤਾ ਜੇ ਯੂਰਿਕ ਐਸਿਡ ਘਟਾਉਣ ਦੀਆਂ ਦਵਾਈਆਂ ਨਾ ਸ਼ੁਰੂ ਕਰੋ ਜਦ ਤੱਕ ਕਿ ਤੁਹਾਨੂੰ ਗਾਊਟ ਨਹੀਂ ਹੋ ਜਾਂਦਾ। ਯਾਨੀ ਤੁਹਾਨੂੰ ਜੇ ਇੱਕ ਪੈਰ ਦਾ ਅੰਗੂਠਾ ਤੁਹਾਡਾ ਲਾਲ ਸੁਰਖ ਹੋ ਰਿਹਾ ਜੇ, ਰਾਤ ਨੂੰ ਸੁੱਜਦਾ ਜੇ, ਦਰਦ ਕਰਦਾ ਜੇ, ਉਹ ਚੀਜ਼ ਹੋ ਗਈ ਹੈ ਤਾਂ ਜ਼ਰੂਰ ਤੁਹਾਨੂੰ ਉਹਦਾ ਇਲਾਜ ਕਰਨ ਦੀ ਲੋੜ ਹੈ। ਜਾਂ ਫਿਰ ਤੁਹਾਨੂੰ ਪੱਥਰੀ ਬਣ ਗਈ ਹੈ ਤਾਂ ਵੀ ਕਰਨ ਦੀ ਲੋੜ ਹੈ। ਜੇ ਬਲੱਡ ਪ੍ਰੈਸ਼ਰ, ਸ਼ੂਗਰ, ਕੋਈ ਫੈਟੀ ਲਿਵਰ, ਇਹੋ ਜਿਹੀਆਂ ਚੀਜ਼ਾਂ ਹੋ ਗਈਆਂ ਨੇ ਨਾਲ, ਉਹਨਾਂ ਦੀ ਟ੍ਰੀਟਮੈਂਟ ਦੀ ਲੋੜ ਹੈ। ਵਰਨਾ ਕੱਲੇ ਯੂਰਿਕ ਐਸਿਡ ਦਾ ਕੋਈ ਇਲਾਜ ਨਹੀਂ ਕਰਨਾ, ਸਿਰਫ ਪ੍ਰੀਕਾਸ਼ਨਸ ਨੇ। ਮਿੱਠਾ ਬੰਦ ਕਰੋ, ਕਸਰਤ ਕਰੋ, ਭਾਰ ਘਟਾਓ। ਜਿਹੜਾ ਤੁਸੀਂ ਗੈਸ ਦੀ ਗੱਲ ਕਰ ਰਹੇ ਹੋ, ਉਹਦੀ ਤਾਂ ਜੇ ਆਪਾਂ ਇੱਕ ਪੂਰਾ ਪ੍ਰੋਗਰਾਮ ਵੀ ਉਸ ਤੇ ਰੱਖ ਦਈਏ ਤਾਂ ਵੀ ਸ਼ਾਇਦ ਘੱਟ ਰਵੇ, ਕਿਉਂਕਿ ਉਹਦੇ ਬਹੁਤ ਬੇਅੰਤ ਕਾਰਨ ਨੇ। ਅਸੀਂ ਜਦੋਂ ਟੀਚਰ ਵਜੋਂ ਅਸੀਂ ਪੜ੍ਹਾਉਂਦੇ ਵੀ ਹਾਂ ਸਟੂਡੈਂਟਸ ਨੂੰ, ਤੇ ਉਹ ਕਈ ਵਾਰ 3 ਤੋਂ 4 ਲੈਕਚਰ ਪੌਣੇ ਘੰਟੇ ਦੇ ਹੋ ਜਾਂਦੇ ਨੇ ਇਕੱਲੇ ਗੈਸ ਉੱਤੇ। ਜੀ ਬਿਲਕੁਲ। ਹੁਣ ਉਹਦਾ ਮਤਲਬ ਤੁਸੀਂ ਖਾਣ ਪੀਣ ਤੋਂ ਲੈ ਕੇ, ਸਟ੍ਰੈਸ ਤੋਂ ਲੈ ਕੇ, ਇੱਕ ਗਰਡ ਕਹਿੰਦੇ ਆ ਅਸੀਂ, ਯਾਨੀ ਜਿਸ 'ਚ ਐਸਿਡ ਰਿਫਲਕਸ ਬਾਹਰ ਨੂੰ ਜਿਵੇਂ ਆਉਣ ਲੱਗ ਜਾਵੇ, ਉਸ ਤੋਂ ਲੈ ਕੇ ਅਨੇਕ ਕਾਰਨ ਨੇ। ਸਿੰਪਲ ਤਣਾਅ ਤੋਂ ਲੈ ਕੇ, ਜਾਂ ਤੁਹਾਡੀ ਜੋ ਤੁਸੀਂ ਖਾਧਾ ਪੀਤਾ, ਵਾਧੂ ਮਿਰਚਾਂ ਹੋ ਗਈਆਂ ਤੋਂ ਲੈ ਕੇ, ਅਚਾਰ ਖਾਧੇ ਤੁਸੀਂ, ਸ਼ਰਾਬ ਪੀਤੀ, ਜਾਂ ਸਮੋਕਿੰਗ ਨਾਲ ਵੀ, ਜਾਂ ਇਹੋ ਜਿਹੇ ਅਣਗਿਣਤ ਚੀਜ਼ਾਂ ਨੇ ਜਿਹੜੀਆਂ ਗੈਸ ਕਰ ਸਕਦੀਆਂ ਨੇ। ਪਰ ਉਹਨੂੰ ਪ੍ਰੀਵੈਂਟ ਕਰਨ ਲਈ ਬੈਟਰ ਹੁੰਦਾ ਜੇ ਰਾਤ ਨੂੰ ਤੁਸੀਂ ਕੌਫੀ, ਚਾਹ, ਅਲਕੋਹਲ, ਸਿਗਰਟ ਵਗੈਰਾ ਇਹ ਨਾ ਲਓ। ਇਸੇ ਤਰ੍ਹਾਂ ਥੋੜਾ ਜਿਹਾ ਤਣਾਅ ਘਟਾਓ। ਤੁਸੀਂ ਰੈਗੂਲਰ ਵਾਕਿੰਗ ਜ਼ਰੂਰ ਕਰੋ, ਫਾਸਟ ਵਾਕਿੰਗ, ਟਹਿਲਣਾ ਨਹੀਂ ਹੈ। ਰਾਤ ਦਾ ਖਾਣਾ ਥੋੜੀ ਛੇਤੀ ਕਰ ਲਓ ਕਿ 8 ਵਜੇ ਤੁਸੀਂ ਖਾ ਲਿਆ, ਉਸ ਤੋਂ ਬਾਅਦ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਕਿ ਥੋੜੀ ਦੇਰ ਲਈ 20 ਮਿੰਟ ਵਾਕ ਜ਼ਰੂਰ ਕਰਕੇ ਆਓ। ਉਹਦੇ 'ਚ ਉਦੋਂ ਰਨਿੰਗ ਨਹੀਂ ਕਰਨੀ ਹੁੰਦੀ, ਬਟ ਮਾਰਨਿੰਗ ਐਕਸਰਸਾਈਜ਼ ਰਨਿੰਗ ਜ਼ਰੂਰੀ ਜੇ। ਇਸੇ ਤਰ੍ਹਾਂ ਜੇ ਤੁਸੀਂ ਖਾਣਾ ਹੈ, ਉਹਦੇ ਵਿੱਚ ਕੋਸ਼ਿਸ਼ ਕਰੋ ਕਿ ਹਰੀ, ਲਾਲ ਜਾਂ ਕਾਲੀ ਮਿਰਚ ਘੱਟ ਲਓ, ਪਰ ਉਹੀ ਖਾਣੇ ਵਿੱਚ ਜਿਵੇਂ ਪਹਿਲਾਂ ਵੀ ਕੀਤਾ ਸੀ ਕਿ ਹਿੰਗ ਜਾਂ ਤੁਸੀਂ ਲੈ ਸਕਦੇ ਹੋ, ਜਾਂ ਤੁਸੀਂ ਜੀਰਾ ਪਾ ਸਕਦੇ ਹੋ, ਜਾਂ ਤੁਸੀਂ ਇਹ ਥੋਮ ਲੈ ਸਕਦੇ ਹੋ, ਜਿਹਦੇ ਨਾਲ ਤੁਹਾਡਾ ਇਹ ਡਾਈਟ ਦੇ ਵਿੱਚ ਤੁਸੀਂ ਰੈਗੂਲਰ ਪਾਈ ਜਾਓ ਤਾਂ ਉਹਦੇ ਨਾਲ ਥੋੜਾ ਜਿਹਾ ਘੱਟ ਹੁੰਦਾ ਜੇ, ਤੁਹਾਨੂੰ ਗੈਸ ਦੀ ਪ੍ਰੋਬਲਮ ਘੱਟ ਹੋਏਗੀ। ਜਿਵੇਂ ਤੁਹਾਡੇ ਜੇ ਪੇਨ ਹੈ ਇੱਥੇ ਹਾਰਟ ਦੇ, ਮਤਲਬ ਤੁਹਾਨੂੰ ਅਰਾਊਂਡ, ਤੁਹਾਨੂੰ ਸੈਂਟਰ ਵਿੱਚ ਚੈਸਟ ਦੇ ਇੱਥੇ ਪੇਨ ਹੋ ਰਹੀ ਹੈ, ਹੱਡੀ ਦੇ ਪਿੱਛੇ ਲਗਾਤਾਰ ਬਰਨਿੰਗ ਸੈਂਸੇਸ਼ਨ ਹੁੰਦੀ ਹੈ, ਉਹ ਜ਼ਰੂਰ ਤੁਹਾਨੂੰ ਇਮੀਡੀਏਟਲੀ ਡਾਕਟਰ ਦੀ ਸਲਾਹ ਲੈਣ ਦੀ ਲੋੜ ਹੈ। ਉੱਥੇ ਇੱਕ ਪ੍ਰੋਬਲਮ ਹੁੰਦੀ ਜੇ ਜਿਹਨੂੰ ਅਸੀਂ ਬੈਰਟਸ ਇਸੋਫੇਗਸ ਕਹਿੰਦੇ ਆ, ਜਿੱਥੋਂ ਯਾਨੀ ਕੈਂਸਰ ਦੇ ਅਸਾਰ ਵੱਧ ਜਾਂਦੇ ਨੇ। ਸੋ ਉਹ ਚੀਜ਼ ਦਾ ਜ਼ਰੂਰ ਖਿਆਲ ਰੱਖਣ ਦੀ ਲੋੜ ਹੈ। ਜੇ ਗਰਡ ਹੋ ਰਿਹਾ, ਉਹ ਵੀ ਤੁਹਾਨੂੰ ਪ੍ਰੋਪਰ ਮੈਡੀਕਲ ਟ੍ਰੀਟਮੈਂਟ ਨਾਲ ਫਿਰ ਤੁਹਾਨੂੰ ਲੇਟਣ ਦਾ ਵੀ ਦੱਸਣਗੇ ਕਿ ਕਿਵੇਂ ਥੋੜਾ ਜਿਹਾ ਸਿਰ ਉਤਾਂਹ ਕਰਕੇ ਤੁਸੀਂ ਟੇਢੇ ਹੋ ਕੇ ਲੇਟਣਾ ਹੈ, ਸੋ ਦੈਟ, ਜਾਂ ਫਿਰ ਪਾਸਾ ਕਿਸ ਪਾਸੇ ਨੂੰ ਲੇਟਣਾ ਹੈ, ਰਾਈਟ ਸਾਈਡ ਨੂੰ ਕਿਵੇਂ, ਉਹ ਜਦੋਂ ਜਦੋਂ ਤੁਸੀਂ ਪਹਿਲਾਂ ਕੁਝ ਖਾ ਕੇ ਲੇਟਦੇ ਹੋ ਤਾਂ ਉਹ ਬੈਟਰ ਹੁੰਦਾ ਉਸ ਪਾਸੇ ਨੂੰ ਥੋੜੀ ਦੇਰ ਲੇਟਣਾ, ਤਾਂ ਕਿ ਨਾਰਮਲ ਮੂਵਮੈਂਟ ਪੇਟ ਦੀ ਸ਼ੁਰੂ ਹੋ ਜਾਵੇ।
ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਉਦੋਂ ਡਾਕਟਰੀ ਇਲਾਜ ਬਹੁਤ ਜ਼ਰੂਰੀ ਹੁੰਦਾ ਜੀ। ਜੀ। ਤੇ ਭੈਣ ਜੀ ਇੱਕ ਹੋਰ ਸਵਾਲ ਆਇਆ ਸੀ, ਉਹ ਮੈਨੂੰ ਉਹਨਾਂ ਨੇ ਪਰਸਨਲ ਐਕਚੁਅਲੀ ਕਾਲ ਕੀਤੀ ਸੀਗੀ, ਇੱਥੇ ਸਾਡੇ ਲੋਕਲ ਹੀ ਆ। ਉਹ ਕਹਿੰਦੇ ਸੀ ਕਿ ਪਹਿਲਾਂ ਮੈਂ ਲਸਣ ਨਹੀਂ ਸੀ ਖਾਂਦਾ ਤੇ ਮੈਂ ਲਾਈਕ ਵੀ ਨਹੀਂ ਕਰਦਾ ਸੀ ਕਦੇ ਵੀ ਨਹੀਂ, ਤੇ ਕਹਿੰਦੇ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਮੈਨੂੰ ਥੋੜਾ ਕੁ ਟਾਈਮ ਹੋਇਆ ਮੈਂ ਖਾਣਾ ਸ਼ੁਰੂ ਕੀਤਾ, ਪਰ ਕਹਿੰਦੇ ਮੈਨੂੰ ਚੰਗਾ ਵੀ ਫੀਲ ਹੋ ਰਿਹਾ, ਪਰ ਮੇਰੇ ਦਿਲ ਤੇ ਮਾੜੀ ਮਾੜੀ ਜਲਨ ਵੀ ਹੋ ਰਹੀ, ਵੀ ਇਹ ਨਾਰਮਲ ਆ, ਕੋਈ ਨੁਕਸਾਨ ਤਾਂ ਨਹੀਂ ਇਹਦਾ? ਪਹਿਲਾਂ ਕਦੇ ਨਹੀਂ ਸੀ ਖਾਂਦੇ ਉਹ ਲਸਣ। ਉਹ ਕਹਿੰਦੇ ਮੈਨੂੰ ਇਹਦੀਆਂ ਗੱਲਾਂ ਸੁਣ ਕੇ, ਇਹਦੇ ਬਾਰੇ ਜਾਣ ਕੇ ਲੱਗਾ ਕਿ ਮੈਨੂੰ ਖਾਣਾ ਚਾਹੀਦਾ ਆ, ਪਰ ਕਹਿੰਦੇ ਮੈਂ ਸਿਰਫ ਇਹ ਆਪਣੀ ਸੇਫਟੀ ਲਈ ਪੁੱਛ ਰਿਹਾ ਕਿ ਕੋਈ ਨੁਕਸਾਨ ਤਾਂ ਨਹੀਂ ਇਹਦਾ? ਦੇਖੋ ਹਰ ਸਰੀਰ ਤੇ ਈਵਨ ਜੇ ਅਸੀਂ ਦਵਾਈ ਵੀ ਕੋਈ ਸ਼ੁਰੂ ਕਰਦੇ ਹਾਂ, ਭਾਵੇਂ ਉਹ ਤਾਕਤ ਦੀ ਦਵਾਈ ਤੋਂ ਲੈ ਕੇ ਕੋਈ ਵੀ ਐਡਵਾਂਸਡ ਮੈਡੀਸਿਨ ਕਿਸੇ ਡਿਜ਼ੀਜ਼ ਦੀ ਹੋਵੇ, ਕੈਂਸਰ ਤੱਕ ਦੀ, ਹਰ ਸਰੀਰ ਵੱਖੋ ਵੱਖਰੀ ਤਰ੍ਹਾਂ ਚੱਲਦਾ ਹੈ ਤੇ ਹਰ ਦਵਾਈ ਨੂੰ ਵੀ ਅਸੀਂ ਮਿਲੀਗ੍ਰਾਮ ਪਰ ਕਿਲੋ ਦੇ ਹਿਸਾਬ ਨਾਲ, ਸਰੀਰ ਦੇ ਹਿਸਾਬ ਨਾਲ ਦਿੰਦੇ ਹਾਂ। ਜੀ। ਸੋ ਇਸੇ ਤਰ੍ਹਾਂ ਕੁਦਰਤੀ ਚੀਜ਼ਾਂ ਜੋ ਹੁੰਦੀਆਂ ਨੇ, ਇਹਨਾਂ ਦਾ ਤੋਂ ਬੜਾ ਸੀਵੀਅਰ ਰਿਐਕਸ਼ਨ, ਈਵਨ ਸਾਹ ਰੁਕ ਜਾਣਾ ਤੱਕ ਜਾਂ ਧੱਫੜ ਹੋ ਜਾਣ ਤੋਂ ਲੈ ਕੇ ਕਿਸੇ ਨੂੰ ਮਤਲਬ ਉਹਦਾ ਪੂਰਾ ਉਹਨਾਂ ਖਾਣ ਨਾਲ, ਤੇ ਕਿਸੇ ਨੂੰ ਰੱਤੀ ਕਟੋਟਾ ਖਾਣ ਨਾਲ ਵੀ। ਸੋ ਐਕਸਟ੍ਰੀਮਸ ਹੁੰਦੀਆਂ ਨੇ ਹਰ ਬਾਡੀ ਦੀਆਂ, ਜਿਹਨੂੰ ਐਡਜਸਟ ਆਪਣੇ ਆਪ ਕਰਨਾ ਪੈਂਦਾ। ਉਹ ਡਾਕਟਰ ਨਹੀਂ ਦੱਸ ਸਕਦਾ ਕਿ ਕਿਸੇ ਸਰੀਰ ਨੂੰ ਕਿੰਨੀ ਚੀਜ਼ ਕਿੰਨੀ ਮਾਤਰਾ ਵਿੱਚ ਠੀਕ ਹੈ। ਪਰ ਜੇ ਤੁਹਾਨੂੰ ਇਸ ਤਰ੍ਹਾਂ ਜਿਵੇਂ ਕਦੇ ਵੀ ਨਾ ਕੋਈ ਚੀਜ਼ ਖਾਧੀ ਹੋਏ, ਉਹਨੂੰ ਇਮੀਡੀਏਟਲੀ ਕਦੇ ਵੀ ਇਸ ਤਰ੍ਹਾਂ ਸਿੱਧੀ ਦੀ ਥਾਂ ਤੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹਨੂੰ ਸੂਪ ਜਾਂ ਤੁਸੀਂ ਸਬਜ਼ੀ ਵਿੱਚ ਪਾ ਕੇ ਖਾਓ, ਉਹਦਾ ਕੋਈ ਪਤਾ ਹੀ ਨਹੀਂ ਲੱਗਦਾ। ਉਹ ਤਾਂ ਸਿੰਪਲ ਆਪਣਾ ਵਿਚਾਰਾ ਜੇ 4 ਤੁਰੀਆਂ ਪੈ ਵੀ ਗਈਆਂ ਸਬਜ਼ੀ 'ਚ, ਉਹਦਾ ਤਾਂ ਮਹਿਸੂਸ ਵੀ ਨਹੀਂ ਹੋਣਾ। ਤਾਂ ਤੁਸੀਂ ਇਹ ਚੀਜ਼ ਜੇ ਕਰਕੇ ਇੱਕ ਵਾਰ ਟਰਾਈ ਕਰੋ ਤਾਂ ਉਹਦੇ ਨਾਲ ਤੁਹਾਨੂੰ ਇਹ ਬੈਟਰ ਫੀਲ ਹੋਏਗਾ ਜੀ। ਤੇ ਦੂਜਾ ਜਿਹੜੀ ਬਹੁਤ ਵੱਡੀ ਹੈਗੀ ਆ, ਸਿਰ ਦਰਦ ਰਹਿਣਾ, ਮਾਈਗ੍ਰੇਨ ਹੋਣੀ, ਇੱਕ ਪਾਸਾ ਸਿਰ ਦਾ ਦੁਖਦਾ। ਉਹ ਕਹਿੰਦੇ ਇੰਨਾ ਜ਼ਿਆਦਾ ਆ ਕਿ ਮੈਂ ਨਾ ਤੇ ਕੋਈ ਆਵਾਜ਼ ਬਰਦਾਸ਼ਤ ਕਰ ਸਕਦੀ ਆ, ਤੇ ਨਾ ਮੈਂ ਕੋਈ ਕਲੌਕ ਵੀ ਘੁੰਮਦਾ ਉਹਦੀ ਵੀ ਟਕ ਟਕ ਸੁਣਦੀ ਆ, ਤੇ ਮੈਨੂੰ ਗੁੱਸਾ ਆਉਂਦਾ, ਇੰਨੀ ਜ਼ਿਆਦਾ ਮੇਰੀ ਬੁਰੀ ਹਾਲਤ ਆ। ਦੇਖੋ ਭੈਣ ਜੀ, ਇੱਕ ਨਾ ਸਟ੍ਰੈਸ ਦੇ ਨਾਲ ਹੀ ਇੱਕ ਸਾਈਨ ਦਿਸ ਰਿਹਾ, ਜੋ ਇੰਨਾ ਕਿ ਤੁਸੀਂ ਕਿਸੇ ਦੀ ਆਵਾਜ਼ ਨਾ ਟੋਲਰੇਟ ਕਰ ਸਕੋ, ਜੀ। ਤੁਹਾਨੂੰ ਬਰਦਾਸ਼ਤ ਤੋਂ ਬਾਹਰ ਚੀਜ਼ਾਂ ਹੋ ਰਹੀਆਂ ਹੋਣ, ਇਹ ਤੁਹਾਨੂੰ ਸਿਗਨਲ ਹੈ ਕਿ ਤੁਸੀਂ ਇੱਕ ਸਟ੍ਰੈਸ ਦੇ ਅਧੀਨ ਆ ਚੁੱਕੇ ਹੋ। ਸੋ ਇਹਦਾ ਮਤਲਬ ਇਹ ਤੁਹਾਨੂੰ ਇਮੀਡੀਏਟਲੀ ਟ੍ਰੀਟਮੈਂਟ ਦੀ ਲੋੜ ਹੈ, ਨਾ ਕਿ ਤੁਸੀਂ ਮਾਨਸਿਕ ਰੋਗੀ ਹੋ ਚੁੱਕੇ ਹੋ ਜਾਂ ਤੁਸੀਂ ਇਮੀਡੀਏਟਲੀ ਕਿਸੇ ਸਾਈਕੈਟਰਿਸਟ ਕੋਲ ਜਾਣ ਦੀ ਥਾਂ ਤੇ ਪਹਿਲਾਂ ਹੁੰਦਾ ਜੇ ਆਪਣੇ ਆਪ ਨੂੰ ਸਹਿਜ ਕਰਨਾ। ਜੀ। ਸਭ ਤੋਂ ਵੱਡੀ ਗੱਲ ਹੁੰਦੀ ਜੇ ਇੱਕ ਤਖਤੀ ਸਾਹਮਣੇ ਟੰਗ ਲੈਣੀ ਆਪਣੇ ਬੈਡਰੂਮ ਵਿੱਚ, ਜਿਹਦੇ ਉੱਤੇ ਲਿਖਿਆ ਹੋਏ ਇਹ ਸਮਾਂ ਲੰਘ ਜਾਏਗਾ। ਸੋ ਉਹ ਤੁਹਾਨੂੰ ਖੁਸ਼ੀ ਦੇ ਮੌਕੇ ਵੀ ਪਾਗਲ ਨਹੀਂ ਹੋਣ ਦਿੰਦਾ, ਤੇ ਔਖੇ ਸਮੇਂ ਵੀ ਤੁਹਾਨੂੰ ਉਹ ਸਹਿਜ ਰੱਖ ਦਿੰਦਾ ਕਿ ਇਹ ਸਮਾਂ ਲੰਘ ਹੀ ਜਾਣਾ, ਸੋ ਕਿਉਂ ਨਾ ਸਹਿਜ ਹੋਈਏ। ਜਿਹਦੇ ਵਿੱਚ ਹੋ ਸਕਦਾ ਇੱਕ ਵੱਡੀ ਗਿਣਤੀ ਉਹ ਨੇ ਜਿਹੜੇ ਸਮਝਦੇ ਨੇ ਕਿ ਸਾਡੇ ਬੱਚੇ ਦੂਰ ਚਲੇ ਗਏ ਜਾਂ ਨਹੀਂ ਪੁੱਛਦੇ ਸਾਨੂੰ। ਤਾਂ ਉਹ ਦੇਖੋ, ਜਾਨਵਰਾਂ ਵਿੱਚ ਵੀ ਇਹ ਕੁਦਰਤ ਨੇ ਰੂਟੀਨ ਬਣਾਇਆ ਹੋਇਆ ਕਿ ਉਹਨਾਂ ਨੇ ਜਦੋਂ ਜਵਾਨ ਹੋਣਾ ਉੱਡ ਹੀ ਜਾਣਾ, ਪਰ ਹਰ ਉਮਰ ਦੇ ਵਿੱਚ ਇੱਕ ਵੱਖਰੀ ਚੀਜ਼ ਕੁਦਰਤ ਨੇ ਦਿੱਤੀ ਹੈ ਇੰਜੋਏ ਕਰਨ ਦੀ, ਕਿ ਤੁਸੀਂ ਖਿਮਾ ਕਰਿਓ, ਪਹਿਲਾਂ ਤੁਸੀਂ ਆਪ ਬਚਪਨ ਵਿੱਚ ਸਭ ਇੰਜੋਏ ਕੀਤਾ, ਫਿਰ ਜਵਾਨੀ ਦਾ ਵੱਖਰਾ ਰੂਪ ਆਇਆ, ਫਿਰ ਤੁਸੀਂ ਜੂਝਦੇ ਜ਼ਿੰਦਗੀ ਚੋਂ ਲੰਘੇ, ਫਿਰ ਤੁਹਾਡੀ ਗੋਦ ਵਿੱਚ ਬੱਚੇ ਆਏ, ਫਿਰ ਹੁਣ ਉਹਨਾਂ ਨੇ ਪੜ੍ਹਨ ਜਾਣਾ, ਉਹਨਾਂ ਦਾ ਵਿਆਹ, ਅੱਗੋਂ ਬੱਚੇ। ਹਰ ਸਟੇਜ ਤੇ ਇੱਕ ਵੱਖ ਚੀਜ਼ ਸਾਨੂੰ ਕੁਦਰਤ ਨੇ ਦਿੱਤੀ ਹੈ, ਜਿਹਨੂੰ ਅਸੀਂ ਇੰਜੋਏ ਕਰਨਾ ਉਸ ਉਮਰ 'ਚ ਸਿੱਖੀਏ। ਕਿ ਜੇ ਅਸੀਂ ਜੀ ਬੱਚੇ ਤੁਰ ਗਏ ਨੇ, ਇਹਦਾ ਮਤਲਬ ਹੈ ਤੁਹਾਨੂੰ ਕੁਦਰਤ ਨੇ ਸਮਾਂ ਦਿੱਤਾ ਭਾਈ, ਹੁਣ ਤੁਸੀਂ ਵਿਹਲੇ ਹੋ, ਥੋੜਾ ਜਿਹਾ ਸਮਾਂ, ਤੇ ਚਲੋ ਹੁਣ ਨਵੀਂ ਚੀਜ਼ ਸਿੱਖੀਏ। ਆਓ, ਤੁਸੀਂ ਪੜ੍ਹੇ ਨਹੀਂ ਕਦੇ, ਆਓ ਪੜ੍ਹਨਾ ਸ਼ੁਰੂ ਕਰੀਏ। ਤੁਹਾਨੂੰ ਸ਼ੌਕ ਸੀ ਸਿਤਾਰ ਸਿੱਖਣ ਦਾ, ਚਲੋ ਉਹ ਕਰੀਏ। ਤੁਹਾਨੂੰ ਸ਼ੌਕ ਸੀ ਗਿਟਾਰ ਦਾ, ਚਲੋ ਉਹ ਕਰ ਲਓ। ਤਬਲੇ ਦਾ ਸ਼ੌਕ ਸੀ, ਉਹ ਕਰ ਲਓ। ਸਵੈਟਰ ਬੁਣਨ ਦਾ ਸ਼ੌਕ ਸੀ, ਉਹ ਕਰ ਲਓ। ਕਵਿਤਾ ਲਿਖਣ ਦਾ ਸ਼ੌਕ ਸੀ, ਉਹ ਕਰ ਲਓ। ਗੋਡੀ ਕਰਨੀ ਆ, ਉਹਦੇ 'ਚ ਚਲੇ ਜਾਓ। ਬੇਅੰਤ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਦੇ ਵੱਖੋ ਵੱਖ ਉਮਰ ਵਿੱਚ ਤੁਸੀਂ ਕਰ ਸਕਦੇ ਹੋ। ਪਰ ਇਹ ਸ਼ੋਰ ਸ਼ਰਾਬਾ ਜੇ ਤੁਹਾਨੂੰ ਤੰਗ ਕਰ ਰਿਹਾ ਜੇ, ਇਹਦਾ ਮਤਲਬ ਇਹ ਹੋਏ ਕਿ ਤੁਸੀਂ ਅੰਡਰ ਸਟ੍ਰੈਸ ਹੋ। ਸੋ ਉਹਨੂੰ ਬਾਹਰ ਨਿਕਲੋ, ਘਰ ਤੋਂ ਬਾਹਰ ਸੈਰ ਕਰੋ, ਕੁਦਰਤ ਦਾ ਆਨੰਦ ਮਾਣੋ, ਦੇਖੋ, ਚਿੜੀਆਂ ਦੀ ਆਵਾਜ਼ ਸੁਣੋ,
ਹਵਾ ਦੀ ਆਵਾਜ਼ ਸੁਣੋ, ਇਹ ਚੀਜ਼ਾਂ ਇੰਨੀਆਂ ਪਿਆਰੀਆਂ ਲੱਗਦੀਆਂ ਨੇ। ਆਪਣੇ ਬੱਚਿਆਂ ਦੇ ਨਾਲ ਘਰ ਵਿੱਚ ਸਮਾਂ ਥੋੜਾ ਜਿਹਾ ਬਿਤਾਓ, ਖਾਸ ਕਰਕੇ ਜੇ ਬੱਚਿਆਂ ਦੇ ਬੱਚੇ ਨੇ ਤਾਂ ਹੋਰ ਵੀ ਵਧੀਆ ਹੈ। ਜੀ। ਪਰ ਮੈਂ ਖਾਸ ਤੌਰ ਤੇ ਦੱਸ ਦਿਆਂ, ਇੱਕ ਜੋ ਇਹਨੂੰ ਸਾਰੇ ਹਰ ਤਰ੍ਹਾਂ ਦੀ ਸਿਰ ਪੀੜ ਮਿਗਰੇਨ ਨਹੀਂ ਹੁੰਦੀ, ਹੂੰ। ਤੇ ਹਰ ਅੱਧੇ ਸਿਰ ਦੀ ਪੀੜ ਵੀ ਮਿਗਰੇਨ ਨਹੀਂ ਹੁੰਦੀ। ਯਾਨੀ ਕੁਝ ਚੀਜ਼ਾਂ ਨੇ, ਜੇ ਤੁਸੀਂ ਮਿਗਰੇਨ ਤੋਂ ਸਮਝਣਾ ਹੈ ਕੀ ਹੈ, ਕਿ ਤੁਹਾਨੂੰ ਕੀ ਉਸ ਸਿਰ ਪੀੜ ਤੋਂ ਪਹਿਲਾਂ ਕੁਝ ਅਜੀਬ ਜੀ ਸਮੈਲ ਤਾਂ ਨਹੀਂ ਆਈ, ਕੋਈ ਚੀਜ਼ਾਂ ਲਿਸ਼ਕਦੀਆਂ ਅੱਖਾਂ ਅੱਗੇ ਤਾਂ ਨਹੀਂ ਆਈਆਂ, ਜਿਵੇਂ ਤਾਰੇ ਜੇ ਟੁੱਟਣੇ ਜਾਂ ਟੇਢੀਆਂ ਮੇਢੀਆਂ ਇਸ ਤਰ੍ਹਾਂ ਲਾਈਨਾਂ ਲੂਈਨਾਂ ਜੇ ਏਦਾਂ ਦੀਆਂ ਤਾਂ ਨਹੀਂ ਦਿਸ ਰਹੀਆਂ, ਜਾਂ ਫਿਰ ਤੁਹਾਨੂੰ ਨਾ ਜਿਵੇਂ ਇਸ ਥਾਂ ਤੇ ਇੰਜ ਲੱਗਦਾ ਕਿ ਬੜੀ ਕੁਛ ਪਲਸੇਟਿੰਗ, ਜਿਵੇਂ ਕੁਛ ਉਹ ਜਾਨੀ ਫੀਲਿੰਗ ਹੁੰਦੀ ਹੈ ਵੀ ਨਸ ਫਟਣ ਲੱਗੀ ਹੈ, ਏਦਾਂ ਦੀ ਤਾਂ ਨਹੀਂ ਹੋ ਰਹੀ। ਜੀ। ਫਿਰ ਉਸ ਤੋਂ ਬਾਅਦ ਤੁਹਾਡਾ ਦਿਲ ਕੱਚਾ ਹੋ ਰਿਹਾ ਹੋਏ ਜਾਂ ਉਲਟੀ ਆ ਰਹੀ ਹੋਵੇ, ਤਾਂ ਇਹੋ ਜਿਹੀ ਚੀਜ਼ ਨੂੰ ਅਹ ਜਿਹਨੂੰ ਅਸੀਂ ਗਿਣਦੇ ਹਾਂ ਕਿ ਸਿਰ ਪੀੜ ਤੁਹਾਡੀ ਮਿਗਰੇਨ ਵੱਲ ਹੈ। ਤੇ ਉਹਦੇ ਵਿੱਚ ਵੀ ਜੇ ਤੁਹਾਡੀ ਅੱਖ ਲਾਲ ਹੋਣੀ ਸ਼ੁਰੂ ਹੋ ਚੁੱਕੀ ਹੈ, ਜਾਂ ਬਹੁਤ ਦੇਰ ਸਿਰ ਪੀੜ ਰਵੇ, ਜਾਂ ਅੱਖ ਚੋਂ ਪਾਣੀ ਵਗਣ ਲੱਗ ਪਵੇ, ਫਿਰ ਜ਼ਰੂਰ ਇਮੀਡੀਏਟਲੀ ਤੁਹਾਨੂੰ ਡਾਕਟਰੀ ਸਲਾਹ ਲੈਣ ਦੀ ਲੋੜ ਹੈ। ਕੁਝ ਕੇਸਿਸ ਵਿੱਚ ਰੈਫਰਡ ਪੇਨ ਹੋ ਜਾਂਦੀ ਹੈ, ਜਿਵੇਂ ਦੰਦ ਚ ਅਸਲ ਚ ਦਰਦ ਹੈ, ਜਾਂ ਮੋਢੇ ਚ ਹੈ, ਜਾਂ ਗਰਦਨ ਚ ਹੈ। ਉਹ ਤੁਹਾਨੂੰ ਜਾਂ ਮਤਲਬ ਲੱਗਦਾ ਹੈ ਜਿਵੇਂ ਸਿਰ ਪੀੜ ਹੋ ਰਹੀ ਹੈ, ਪਰ ਐਕਚੁਅਲੀ ਕਿਤੇ ਹੋਰ ਪ੍ਰੋਬਲਮ ਹੁੰਦੀ ਹੈ, ਉਹ ਵੀ ਜ਼ਰੂਰ ਚੈੱਕ ਕਰਵਾ ਲੈਣੀ ਜੀ। ਚਾਹੀਦੀ ਹੈ। ਪਰ ਇਕੱਲੇ ਬੈਠੇ ਜੇ ਸ਼ੋਰ ਬਰਦਾਸ਼ਤ ਨਹੀਂ ਹੋ ਰਿਹਾ, ਇਹ ਤਾਂ ਪੱਕਾ ਹੀ ਤੁਹਾਨੂੰ ਸਟ੍ਰੈਸ ਜੇ, ਤਾਂ ਉਹਨੂੰ ਰਿਲੀਵ ਕਰਨ ਦੀ ਲੋੜ ਹੈ। ਜੀ। ਤੇ ਭੈਣ ਜੀ ਇੱਕ ਹੋਰ ਸਵਾਲ ਆਇਆ, ਕਹਿੰਦੇ ਵੀ ਦੇਸੀ ਘੀ ਖਾਣਾ ਸ਼ੁਰੂ ਕਰਤਾ ਤੇ ਉਹਦਾ ਸਿਹਤ ਨੂੰ ਤਾਂ ਫਾਇਦਾ ਹੋਇਆ, ਬੜਾ ਚੰਗਾ ਮਹਿਸੂਸ ਹੋਇਆ, ਪਰ ਦਿਲ ਡਰਦਾ ਕਿਤੇ ਭਾਰ ਨਾ ਵੱਧ ਜਾਵੇ, ਕਿਉਂਕਿ ਕਹਿੰਦੇ ਹੁੰਦੇ ਵੀ ਘੀ ਖਾਣ ਨਾਲ ਭਾਰ ਵੱਧ ਜਾਂਦਾ। ਕਹਿੰਦੇ ਕਿ ਇਹ ਏਦਾਂ ਹੋ ਤੇ ਨਹੀਂ ਜਾਊਗਾ? ਦੇਖੋ, ਪਹਿਲਾਂ ਤਾਂ ਕੌਲੀਆਂ ਭਰ ਕੇ ਖਾਣ ਨੂੰ ਕਿਹਾ ਨਹੀਂ, ਨਾ ਤਲੀ ਹੋਈ ਚੀਜ਼ ਉਹਦੇ ਵਿੱਚ ਖਾਣ ਨੂੰ ਕਹੀ ਹੈ। ਤੁਹਾਨੂੰ ਜੀ। ਸਿਰਫ ਇਹ ਕਿਹਾ ਕੁਕਿੰਗ ਦੇ ਦੌਰਾਨ ਤੁਸੀਂ ਉਹ ਪਾ ਸਕਦੇ ਹੋ ਹੋਰ ਤੇਲ ਦੀ ਥਾਂ ਤੇ। ਉਹ ਹੂੰ। ਵਿਚਾਰਾ ਇੱਕ ਚਮਚ ਦੇਸੀ ਘਿਓ ਜਿਹੜਾ ਪੂਰੀ ਸਬਜ਼ੀ ਚ ਪੈਣਾ, ਤੁਹਾਨੂੰ ਖਰੇ ਉਹਦੀਆਂ 2 ਬੂੰਦਾਂ ਵੀ ਨਹੀਂ ਆਣੀਆਂ, ਉਹਦੇ ਨਾਲ ਕੀ ਹੋਣਾ ਜੇ? ਜੀ। ਤੁਹਾਡੇ ਭਾਰ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਤਾਂ ਤੁਹਾਨੂੰ ਪ੍ਰੋਟੈਕਸ਼ਨ ਦਿੰਦਾ ਜੇ। ਭਾਰ ਸਿਰਫ ਤਾਂ ਹੀ ਵਧੇਗਾ ਜੇ ਆਪਾਂ ਕੌਲੀਆਂ ਦੇ ਵਿੱਚ ਭਰ ਕੇ ਚਮਚੇ ਪਾ ਕੇ ਖਾਣਾ ਸ਼ੁਰੂ ਕਰ ਦਿਆਂਗੇ। ਉਹ ਨਾ ਕਰੋ ਹੂੰ। ਤਾਂ ਕੋਈ ਫਿਕਰ ਦੀ ਗੱਲ ਨਹੀਂ, ਇਹ ਤਾਂ ਸਗੋਂ ਸਟਾਈਟੀ ਦਿੰਦਾ, ਬਚਾਉਣ ਵਾਲਾ ਜੇ। ਤੁਸੀਂ ਇਹ ਸਗੋਂ ਪਾਮ ਆਇਲ ਜਾਂ ਹੋਰ ਚੀਜ਼ਾਂ ਛੱਡ ਕੇ ਜੇ ਦੇਸੀ ਘਿਓ ਵੱਲ ਆਓਗੇ, ਤਾਂ ਤੁਸੀਂ ਇਹ ਤਾਂ ਹੁਣ ਸਾਬਤ ਹੋਏ ਤੱਥ ਨੇ ਕਿ ਹਾਰਟ ਅਟੈਕਸ ਤੋਂ ਜਾਂ ਦਿਲ ਨੂੰ ਬਚਾਉਣ ਵਾਲਾ ਇੱਕੋ ਇੱਕ ਹੀ ਜੇ ਇਹ ਦੇਸੀ ਘਿਓ, ਬਾਕੀ ਨਹੀਂ ਜੇ ਬਚਾ ਸਕਦੇ। ਜੀ। ਤੇ ਇੱਕ ਹੋ ਰਿਹਾ, ਕਹਿੰਦੇ ਕੋਧਰੇ ਦੇ ਆਟੇ ਨਾਲ ਫਰਕ ਪਿਆ ਖਾਣ ਦੇ ਨਾਲ ਸਿਹਤ ਨੂੰ, ਪਰ ਕੀ ਇਹ ਰੋਜ਼ ਖਾਣਾ ਚਾਹੀਦਾ ਹੈ? ਬਿਲਕੁਲ, ਜੇ ਤੁਸੀਂ ਖਾ ਸਕਦੇ ਹੋ। ਦੇਖੋ, ਅਸੀਂ ਤੇ ਇਹ ਰੂਟੀਨ ਬਣਾਇਆ ਹੋਇਆ ਕਿ ਇੱਕ ਦਿਨ ਅਸੀਂ ਰਾਗੀ ਦਾ ਬਣਾ ਲੈਂਦੇ ਹਾਂ, ਇੱਕ ਦਿਨ ਕੋਧਰੇ ਦਾ ਬਣਾ ਲੈਂਦੇ ਹਾਂ, ਇੱਕ ਦਿਨ ਵੇਸਣ ਦਾ, ਕਦੇ ਮੱਕੀ ਦਾ, ਫਿਰ ਕਦੇ ਮਿਕਸਡ ਕਰਕੇ ਅਸੀਂ ਲੈ ਲੈਂਦੇ ਹਾਂ। ਅਸੀਂ ਤੇ ਰੂਟੀਨ ਹੀ ਇਹੀ ਬਣਾਇਆ ਹੋਇਆ ਕਿ ਇਹ ਲਓ ਬੈਟਰ ਹੈ। ਬਾਕੀ ਟਾਈਮ ਤਾਂ ਤੁਸੀਂ ਕਣਕ ਕੁਣਕ ਲੈਂਦੇ ਹੀ ਰਹਿੰਦੇ ਹੋ, ਪਰ ਜੀ। ਘੱਟੋ ਘੱਟ ਤੁਸੀਂ ਇਹੀ ਜੇ ਬਣਾ ਲਓ ਕਿ ਨਾਸ਼ਤੇ ਵਿੱਚ ਹੀ ਤੁਸੀਂ ਵੱਖੋ ਵੱਖਰੇ ਆਟਿਆਂ ਦਾ ਮਿਸ਼ਰਣ ਜਾਂ ਇਹ ਆਟਿਆਂ ਨੂੰ ਵਰਤਣਾ ਸ਼ੁਰੂ ਕਰੋਗੇ, ਤੁਹਾਨੂੰ ਹੌਲੀ ਹੌਲੀ ਦਿਸੇਗਾ ਕਿ ਤੁਹਾਡਾ ਪੇਟ ਵੀ ਨਰਮ ਪੈਣਾ ਸ਼ੁਰੂ ਹੋਇਆ, ਪੇਟ ਦੇ ਕਾਫੀ ਰੋਗ ਠੀਕ ਹੋਏ। ਕਈਆਂ ਨੇ ਤਾਂ ਇੱਥੋਂ ਤੱਕ ਵੀ ਦੇਖਿਆ ਕਿ 6 ਮਹੀਨੇ ਅਸੀਂ ਵਰਤਿਆ, ਸਾਡੇ ਰਾਗੀ ਦੇ ਆਟੇ ਨਾਲ ਖਾਸ ਤੌਰ ਤੇ ਵਾਲ ਝੜਨੇ ਵੀ ਬੰਦ ਹੋਏ, ਚਿਹਰੇ ਦੀਆਂ ਝੁਰੜੀਆਂ ਵੀ ਘਟ ਗਈਆਂ, ਕਨੈਕਟਿਵ ਟਿਸ਼ੂ ਡਿਸਆਰਡਰਸ ਜਿਹੜੇ ਸੀ ਉਹਨਾਂ ਦੇ, ਜੋੜਾਂ ਦੇ ਦਰਦ, ਹੱਡੀਆਂ ਦੀ ਸਟਰੈਂਥ, ਜੀ। ਸਾਰਾ ਕੁਝ ਠੀਕ ਹੋਇਆ। ਤੇ ਇਹ ਡਾਕਟਰੀ ਪੱਖੋਂ ਅਸੀਂ ਟੈਸਟ ਕਰਕੇ ਵੀ ਲੱਭਿਆ ਕਿ ਕੋਈ ਵੀ ਦਵਾਈ ਨਹੀਂ ਸੀ ਖਾਈ, ਸਿਰਫ ਇਹਨਾਂ ਆਟਿਆਂ ਸਦਕਾ ਹੀ ਇੰਪਰੂਵਮੈਂਟ ਹੋਈ ਦੇਖੀ ਹੈ। ਤਾਂ ਕਿਉਂ ਨਾ ਇਹ ਰੈਗੂਲਰ ਤੌਰ ਤੇ ਵਰਤੇ ਜਾਣ, ਇਹਨਾਂ ਨੂੰ ਕੋਈ ਆਪਾਂ ਕਿਹੜਾ ਮਹੂਰਤ ਕੱਢਣਾ, ਰੋਜ਼ ਦੇ ਪਏ ਐ ਖਾਈਏ। ਜੀ। ਤੇ ਇੱਕ ਹੋਰ ਭੈਣ ਜੀ ਪੁੱਛਿਆ ਕਿ ਨੀਂਦਰ ਕਿੰਨੀ ਲੈਣੀ ਚਾਹੀਦੀ ਹੈ, ਕਿੰਨਾ ਕੁ ਸੌਣਾ ਜ਼ਰੂਰੀ ਆ, ਕਿੰਨੇ ਘੰਟੇ ਨੀਂਦ ਲੈਣੀ ਚਾਹੀਦੀ ਹੈ? ਹਾਂ ਜੀ, ਦੇਖੋ ਭੈਣ ਜੀ, ਇਹਨਾਂ ਬਹੁਤ ਹੀ ਇੰਪੋਰਟੈਂਟ ਚੀਜ਼ ਜੇ। ਨੀਂਦਰ ਦੀਆਂ ਹੁਣ ਇੱਕ ਨਹੀਂ, ਦੋ ਨਹੀਂ, ਮੇਰੇ ਕੋਲ ਕਿਤਾਬ ਜੇ ਲਗਭਗ ਜੋ ਕਿ 1400 ਪੇਜਾਂ ਦੀ ਕਿਤਾਬ ਹੈ, ਜਿਹੜੀ ਸਿਰਫ ਹੀ ਸਲੀਪ ਡਿਸਆਰਡਰਸ ਤੇ ਉਹਨਾਂ ਦੇ ਉੱਤੇ ਰਿਸਰਚ ਉੱਤੇ ਬੇਸਡ ਜੇ। ਉਹ ਇੰਨੀ ਡਿਟੇਲਡ ਦੱਸਦੀ ਹੈ ਖੋਜ, ਜਿਹੜੀ ਕਿ ਜਿਨ੍ਹਾਂ ਚੋਂ ਮੈਂ ਸਿਰਫ 3-4 ਲਾਈਨਾਂ 'ਚ ਤੁਹਾਨੂੰ ਥੋੜੀਆਂ ਜਿਹੀਆਂ ਚੀਜ਼ਾਂ ਸਮਝਾ ਸਕਦੀ ਹਾਂ। ਜੀ। ਕਿ
ਨੀਂਦਰ ਦਾ ਜਿੱਥੋਂ ਤੱਕ ਅਸੀਂ ਗੱਲ ਕਰੀਏ ਕਿ 31% ਉਹ ਕਹਿੰਦੇ ਨੇ ਅਮਰੀਕਨ ਵੀ ਨੀਂਦ ਦੇ ਪੂਰੀ ਨਾ ਹੋਣ ਸਦਕਾ ਜਾਂ ਤਾਂ ਇਨਸੋਮਨੀਆ ਨਾਲ ਜੂਝ ਰਹੇ ਨੇ ਜਾਂ ਉਸ ਤੋਂ ਹੋ ਰਹੀਆਂ ਬਿਮਾਰੀਆਂ ਤੋਂ ਗ੍ਰਸਤ ਨੇ। ਤਾਂ ਇੱਕ ਚੀਜ਼ ਸਪਸ਼ਟ ਕਰ ਦਿੱਤੀ ਗਈ ਹੈ ਕਿ ਜੇ ਅਸੀਂ ਸਿਹਤਮੰਦ ਰਹਿਣਾ ਹੈ ਤਾਂ ਸਾਨੂੰ 8 ਘੰਟੇ ਨੀਂਦਰ ਜ਼ਰੂਰੀ ਹੈ। ਹੁਣ ਜਿੰਨੇ ਵੀ ਖੋਜਾਂ ਹੋਈਆਂ ਕਿ ਜਿਹੜੇ 5 ਘੰਟੇ ਸੌਂ ਰਹੇ ਸਨ ਰੋਜ਼, ਉਹਨਾਂ ਵਿੱਚ ਕੋਰਨਰੀ ਡਿਜ਼ੀਜ਼ਸ, ਡਾਇਬਟੀਜ਼, ਹਾਈਪਰਟੈਂਸ਼ਨ, ਸਟ੍ਰੈਸ ਡਿਸਆਰਡਰਸ ਇਹ ਬਹੁਤ ਜ਼ਿਆਦਾ ਹੋਏ ਲੱਭੇ। ਉਹਨਾਂ ਦੇ ਵਿੱਚੋਂ ਕਈ ਤਾਂ ਸਨ ਜਿਨ੍ਹਾਂ ਨੂੰ ਭੁੱਖ ਦੀ ਵੀ ਨਾਲ ਤਕਲੀਫ ਸ਼ੁਰੂ ਹੋਈ, ਕਈ ਅਜਿਹੇ ਸਨ ਜਿਨ੍ਹਾਂ ਦੀ ਮੌਤ ਹੀ ਛੇਤੀ ਹੋ ਗਈ, ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ। ਯਾਨੀ ਇੰਨੀਆਂ ਬਿਮਾਰੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਤੁਹਾਨੂੰ ਰੋਜ਼ ਜੀ ਦੇ 8 ਘੰਟੇ, ਭਾਵੇਂ ਤੁਸੀਂ ਜਿਵੇਂ ਤੁਸੀਂ 7 ਘੰਟੇ ਰਾਤ ਦੇ ਪੂਰੇ ਕਰ ਲਏ ਨੇ ਤੇ ਘੰਟਾ ਕੁ ਦੁਪਹਿਰੇ ਜੇ ਪੂਰਾ ਕਰ ਲਵੋ ਤਾਂ ਸਹੀ ਹੈ। ਨਹੀਂ ਤੇ ਸਾਨੂੰ ਕਦੋਂ ਸਾਇਲੈਂਟਲੀ ਇਹਨੇ ਲੈ ਜਾਣਾ ਹੈ ਹਾਰਟ ਅਟੈਕ ਨੇ, ਜਾਂ ਕਦੋਂ ਸਾਨੂੰ ਡਾਇਬਟੀਜ਼ ਦੀ ਪ੍ਰੈਜ਼ੈਂਟੇਸ਼ਨ ਵੀ ਅਰਲੀ ਹੋ ਜਾਂਦੀ ਜੇ, ਜੀ ਹਾਈਪਰਟੈਂਸ਼ਨ ਵਗੈਰਾ ਵੀ। ਇਹ ਸਾਰੀਆਂ ਡਾਈਜੈਸਟਿਵ ਪ੍ਰੋਬਲਮਸ ਤੋਂ ਲੈ ਕੇ ਮੇਰਾ ਖਿਆਲ ਹੈ ਕੋਈ ਬਿਮਾਰੀ ਹੈ ਹੀ ਨਹੀਂ ਜਿਹੜੀ ਨਾ ਜੁੜੀ ਹੋਵੇ ਨੀਂਦਰ ਦੇ ਨਾਲ। ਤੇ ਇੰਨੇ ਤਗੜੀਆਂ ਤਗੜੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਸਟ੍ਰੈਸ ਦੇ ਨਾਲ ਉਹਨਾਂ ਦਾ ਵਧਣ ਦੇ ਆਸਾਰ ਜੋ ਕਿ ਹੁੰਦੇ ਨੇ, ਜੋ ਕਿ ਨੀਂਦ ਪੂਰੀ ਹੋਣ ਨਾਲ ਹੀ ਡੇਲੀ ਤੁਹਾਡੀਆਂ ਉਹ ਘਟ ਜਾਂਦੀਆਂ ਨੇ। ਸੋ ਬਿਹਤਰ ਹੈ ਕਿ ਆਪਾਂ ਇਸ ਚੀਜ਼ ਤੇ ਜ਼ੋਰ ਪਾਈਏ ਕਿ 2 ਘੰਟੇ ਹੋਰ ਕਮਾਈ ਕਰ ਲੈਣ ਨਾਲੋਂ ਜੇ ਆਪਾਂ ਸੋਚੀਏ ਵੀ ਭਾਈ ਉਹਦੇ ਨਾਲ 20 ਸਾਲ ਉਮਰ ਛੋਟੀ ਹੋ ਜਾਣੀ ਹੈ, ਕਿਉਂ ਨਾ ਆਪਾਂ ਜ਼ਿੰਦਗੀ ਜੀ ਲਈਏ। ਇਹ ਜੀ ਤਾਂ ਛਿੱਲੜ ਜਿਹੜੇ ਆਪਾਂ ਅਗਲੀ ਪੁਸ਼ਤ ਲਈ ਛੱਡ ਜਾਣੇ ਆ, ਅੱਜ ਆਪਾਂ ਆਪ ਇੰਜੋਏ ਕਰ ਲਈਏ। ਸੋ ਕੋਸ਼ਿਸ਼ ਕਰੀਏ 7 ਘੰਟੇ ਰਾਤ ਤੇ 1 ਘੰਟਾ ਜੇ ਦਿਨੇ ਔਖੇ ਸੌਖੇ ਪੂਰਾ ਕਰ ਲਈਏ। ਉਹਨਾਂ ਨੇ ਈਵਨ ਇੱਥੋਂ ਤੱਕ ਕਹਿਤਾ 7.5 ਘੰਟੇ ਵੀ ਕਰ ਲਓ ਵੀ ਬਹੁਤ ਹੈਲਦੀ ਜੇ। ਜੀ ਤੇ ਭੈਣ ਜੀ ਅਗਲਾ ਸਵਾਲ ਹੈਗਾ, ਕਹਿੰਦੇ ਰੋਣ ਨੂੰ ਦਿਲ ਕਰਦਾ ਰਹਿੰਦਾ। ਦਰਅਸਲ ਇਹ ਵੱਡੀ ਗਿਣਤੀ ਸਾਡੇ ਨੌਜਵਾਨ ਬੱਚੇ ਜਾਂ ਜਿਹੜੇ ਵਰਕ ਸਟ੍ਰੈਸ ਨਾਲ ਡੀਲ ਕਰ ਰਹੇ ਨੇ, ਜਾਂ ਕੁਝ ਘਰ ਦੇ ਅੰਦਰ ਹਾਲਾਤ ਠੀਕ ਨਾ ਹੋਣ, ਰਿਸ਼ਤੇ ਨਿੱਘੇ ਨਾ ਹੋਣ, ਜਾਂ ਕੁਛ ਕਹਿ ਲਓ ਕਿ ਸੱਸ ਨੂੰਹ ਦੇ ਝਗੜੇ ਜਾਂ ਪਿਓ ਪੁੱਤ ਦੇ ਝਗੜੇ ਜਾਂ ਸਕੇ ਭਰਾਵਾਂ ਦੇ ਝਗੜੇ, ਕੁਛ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਮਨ ਅੰਦਰ ਡੀਪ ਰੂਟਡ ਬੈਠ ਜਾਂਦੀਆਂ ਨੇ। ਜੀ ਉਹ ਕਦੋਂ ਤੁਹਾਨੂੰ ਕਿਸ ਤਰੀਕੇ ਪ੍ਰੈਜ਼ੈਂਟ ਕਰਦੀਆਂ ਨੇ ਕਿ ਤੁਸੀਂ ਜੇ ਤਾਂ ਤੁਹਾਨੂੰ ਲੱਗੇ ਮੈਂ ਕੁਝ ਕਰ ਸਕਣ ਯੋਗ ਹਾਂ, ਮੈਂ ਬਗਾਵਤ ਕਰਦਾ, ਮੈਂ ਬੋਲ ਲਿਆ, ਆਪਣਾ ਕੱਢ ਲਿਆ ਬੋਲ ਬੁਲਾਰੇ ਨਾਲ, ਜਾਂ ਫਿਰ ਦੂਜੇ ਪਾਸੇ ਹੁੰਦਾ ਤੁਹਾਡੇ ਦਿਲ ਅੰਦਰ ਉਹ ਚੀਜ਼ ਦੱਬੀ ਰਹਿ ਜਾਂਦੀ ਹੈ ਕਿ ਮੈਂ ਹੀ ਕਿਉਂ, ਮੇਰੇ ਨਾਲ ਹੀ ਕਿਉਂ। ਉਦੋਂ ਇਹ ਚੀਜ਼ ਸ਼ੁਰੂ ਹੁੰਦੀ ਹੈ ਕਿ ਮੈਨੂੰ ਹੁਣ ਰੋਣਾ ਆ ਰਿਹਾ ਹੈ, ਰੋਣ ਦਾ ਦਿਲ ਕਰ ਰਿਹਾ ਹੈ। ਯਾਨੀ ਇੱਕ ਸਟ੍ਰੈਸ ਡਿਸਆਰਡਰ ਦਾ ਹਿੱਸਾ ਜੇ। ਆਮ ਤੌਰ ਤੇ ਕੀ ਹੁੰਦਾ ਹੈ, ਫਰਜ਼ ਕਰੋ ਕਿਸੇ ਦੀ ਮੌਤ ਹੋ ਗਈ ਘਰ, ਤੁਸੀਂ ਬਹੁਤ ਜ਼ਿਆਦਾ ਉਹਦੇ ਨਾਲ ਅਟੈਚ ਸੀ, ਤਾਂ ਇਹੋ ਜਿਹੀ ਅਸੀਂ ਜਿਹਨੂੰ ਗਰੀਫ ਕਹਿੰਦੇ ਆ ਜਾਂ ਬਰੀਵਮੈਂਟ, ਇਹਦੇ ਲਈ ਅਸੀਂ ਕਹਿੰਦੇ ਆ ਕਿ 6 ਮਹੀਨੇ ਤੱਕ ਨਾਰਮਲ ਹੈ ਬੰਦਾ, ਉਹਦਾ ਰੋਣ ਦਾ ਦਿਲ ਕਰ ਸਕਦਾ ਹੈ। ਉਹਦਾ ਇੱਕ ਬੜਾ ਮਨ ਨੂੰ ਠੇਸ ਲੱਗੀ ਹੁੰਦੀ ਹੈ, ਹੁਣ ਮੈਂ ਕੀ ਕਰਾਂਗਾ, ਮੈਂ ਉਸ ਤੋਂ ਬਗੈਰ ਕਿਵੇਂ, ਮੇਰੇ ਨਾਲ ਹੀ ਕਿਉਂ ਹੋਇਆ। ਉਦੋਂ ਇੱਕੋ ਚੀਜ਼ ਸਮਝਾਉਣ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਮਨ ਨੂੰ ਇਸ ਤਰ੍ਹਾਂ ਤਗੜੇ ਕਰੋ ਕਿ ਭਾਈ ਕੀ ਕੁਝ ਸਵਾਲ ਨੇ ਸਾਡੇ ਕੋਲ ਜਿਹੜੇ ਅਸੀਂ ਲਿਖ ਕੇ ਦਿੰਨੇ ਆ, ਵੀ ਪੁੱਛੋ ਆਪਣੇ ਆਪ ਨੂੰ ਹੀ ਕਿ ਕੀ ਇਹ ਪਹਿਲੀ ਵਾਰ ਹੋਇਆ ਕਿਸੇ ਦੀ ਜੇ ਮੌਤ ਹੋਈ ਹੈ, ਕਿ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਦੀ ਮੌਤ ਨਹੀਂ ਹੋਈ, ਜਾਂ ਕੀ ਕਦੇ ਕੋਈ ਹੈ ਜਿਹੜਾ ਇਕੱਲਾ ਮੁੜ ਕੇ ਰਹਿ ਰਿਹਾ ਹੋਵੇ, ਕਿ ਕਦੇ ਵੀ ਸਾਰੇ ਹਮੇਸ਼ਾ ਹੀ ਇਕੱਠੇ ਰਹੇ ਨੇ। ਜੇ ਕੋਈ ਹੋਰ ਇਕੱਲਾ ਰਹਿ ਸਕ ਰਿਹਾ ਤਾਂ ਕੀ ਮੈਂ ਨਾਲ ਹੁਣ ਕੋਸ਼ਿਸ਼ ਕਰ ਸਕਦਾ ਇੱਕ ਨਵੇਂ ਢੰਗ ਨਾਲ ਜ਼ਿੰਦਗੀ ਜੀਣ ਦਾ, ਮੈਂ ਆਪਣੇ ਆਪ ਨੂੰ ਕਿਸ ਤਰੀਕੇ ਬਿਜ਼ੀ ਰੱਖਣਾ ਹੈ। ਯਾਨੀ ਤੁਸੀਂ ਜਿਵੇਂ ਮੈਂ ਹੁਣੇ ਦੱਸ ਕੇ ਹਟੀ ਹਾਂ ਕਿ ਕੋਈ ਕਿਸੇ ਤਰ੍ਹਾਂ ਦੀ ਖੇਡ ਦਾ ਹਿੱਸਾ ਬਣਾ ਲਓ, ਆਪਣੀ ਡੇਲੀ ਵਾਕ ਦੀ ਰੂਟੀਨ ਰੱਖੋ, ਇੱਕ ਪਾਲਤੂ ਤੁਸੀਂ ਕੋਈ ਜਾਨਵਰ ਰੱਖ ਸਕਦੇ ਹੋ ਜਿਹਦੇ ਨਾਲ ਤੁਸੀਂ ਆਪਣਾ ਗਰੀਫ ਸ਼ੇਅਰ ਕਰ ਸਕਦੇ ਹੋ, ਜਾਂ ਫਿਰ ਕੋਈ ਨਵੀਂ ਲੈਂਗੁਏਜ ਸਿੱਖਣ ਲੱਗ ਸਕਦੇ ਹੋ, ਪੇਂਟਿੰਗਸ ਕਰ ਸਕਦੇ ਹੋ, ਕੁਝ ਬੁਣਨਾ ਸ਼ੁਰੂ ਕਰ ਸਕਦੇ ਹੋ, ਤੋਂ ਲੈ ਕੇ ਅਣਗਿਣਤ ਚੀਜ਼ਾਂ ਨੇ, ਕੁਕਿੰਗ ਨਵੀਂ ਤੁਸੀਂ ਸਿੱਖਣੀ ਸ਼ੁਰੂ ਕਰ ਸਕਦੇ ਹੋ। ਜੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ 'ਚ ਤੁਹਾਨੂੰ ਆਪਣੇ ਆਪ ਨੂੰ ਬਿਜ਼ੀ ਰੂਟੀਨ, ਇੱਕ ਮੈਂ ਬਹੁਤ ਇੰਪੋਰਟੈਂਟ ਚੀਜ਼ ਦੱਸਦੇ ਹਾਂ ਕਿ ਅਸੀਂ ਕਹਿੰਦੇ ਹਾਂ
ਜ਼ਿੰਦਗੀ ਨੂੰ ਮਸ਼ੀਨ ਹੀ ਬਣਾ ਲਓ ਉਦੋਂ ਫਿਰ, ਤਾਂ ਕਿ ਤੁਹਾਡੀ ਇਹ ਸੋਚ ਨਾ ਜੁੜੇ ਵੀ ਯਾਨੀ ਮੈਂ 9 ਤੋਂ 11 ਤੱਕ ਇਹ ਟਾਈਮ ਕਰਨਾ, ਉਸ ਰੂਟੀਨ ਵਿੱਚ ਵੀ ਭਾਈ ਮੈਂ ਇੰਨਾ 2 ਤੋਂ 3 ਮੈਂ ਰੈਸਟ ਕਰਨੀ ਹੈ, ਤਾਂ ਮੈਂ ਉੱਠ ਕੇ 4 ਤੋਂ ਲੈ ਕੇ 6 ਤੱਕ ਮੈਂ ਆਪਣੇ ਟੀਵੀ ਦੇ ਡਰਾਮੇ ਦੇਖਣੇ ਆ ਤੇ ਫਿਰ ਮੈਂ ਉਸ ਤੋਂ ਬਾਅਦ ਦੇਖੋ ਨਾ, ਜੇ ਖਬਰਾਂ ਨਹੀਂ ਸੁਣਨਗੇ ਜਾਂ ਤੁਹਾਡਾ ਸਾਡੇ ਪ੍ਰੋਗਰਾਮ ਨਹੀਂ ਦੇਖਣਗੇ, ਅਸੀਂ ਕਿਵੇਂ ਉਹਨਾਂ ਤੱਕ ਜੀ ਪਹੁੰਚਾਂਗੇ। ਸੋ ਇਹ ਬਿਲਕੁਲ ਜੀ। ਜ਼ਰੂਰੀ ਜੇ ਆਪਣਾ ਰੂਟੀਨ ਪੜਨ ਲਈ ਜੋ ਤੁਹਾਡਾ ਦਿਮਾਗ ਉਸ ਪਾਸੇ ਨੂੰ ਜੋੜ ਕੇ ਰੱਖ ਦਵੇ, ਕੀਲ ਕੇ ਰੱਖ ਦਵੇ, ਸੋ ਇਹੋ ਜਿਹੇ ਪ੍ਰੋਗਰਾਮ ਜ਼ਰੂਰ ਦੇਖੋ। ਪਰ ਜਿਹੜੇ ਤੁਹਾਨੂੰ ਢਹਿੰਦੀ ਕਲਾ ਵੱਲ ਜਾਂਦੇ ਹੋਣ, ਮਰਡਰਸ ਹੋ ਗਏ, ਇਹੋ ਜਿਹੇ ਹੋ ਗਏ, ਉਹ ਨਾ ਵੇਖੋ। ਅਸੀਂ ਐਡਵਾਈਜ਼ ਕਰਦੇ ਹਾਂ ਉਹ ਜਿਹੇ ਪ੍ਰੋਗਰਾਮਾਂ ਤੋਂ ਗੁਰੇਜ਼ ਕਰੋ। ਸੋ ਇਸੇ ਤਰ੍ਹਾਂ ਮਧੁਰ ਸੰਗੀਤ, ਭਾਵੇਂ ਉਹ ਤੁਸੀਂ ਆਪਣੇ ਧਾਰਮਿਕ ਸੰਗੀਤ ਨਾਲ ਹੋਵੋ ਜਾਂ ਵੈਸੇ ਤੁਸੀਂ ਹੋਰ ਤਰ੍ਹਾਂ ਦੇ ਗੀਤ ਸੰਗੀਤ, ਜਿਹੜਾ ਤੁਹਾਨੂੰ ਸ਼ਾਂਤ ਕਰਦਾ ਹੋਵੇ, ਉਹ ਜ਼ਰੂਰ ਉਹਦੇ ਲਈ ਅੱਧਾ ਘੰਟਾ ਸਮਾਂ ਡੇਲੀ ਕੱਢੋ। ਇਸ ਜੀ ਤਰ੍ਹਾਂ ਦੇ ਜਦੋਂ ਆਪਾਂ ਆਪਣੀ ਰੂਟੀਨ ਬਣ ਲੈਂਦੇ ਆ ਨਾ, ਉਦੋਂ ਇਹ ਤੁਹਾਡਾ ਆਦਤ ਯਾਨੀ ਜਿਹੜਾ ਤੁਹਾਨੂੰ ਇੱਕ ਪਾਸੇ ਲਿਜਾਂਦੀ ਹੈ ਸਟ੍ਰੈਸ ਦੇ ਵਿੱਚ ਕਿ ਮੈਂ ਰੋਣਾ ਹੈ ਜਾਂ ਮੈਨੂੰ ਦਿਲ ਉਧਰ ਕਰ ਰਿਹਾ, ਉਹ ਤੁਹਾਨੂੰ ਆਪਣੇ ਆਪ ਪਰਾਂ ਕਰ ਦਿੰਦੀ ਹੈ। ਉਹਦੇ ਵਿੱਚ ਇੱਕ ਬਹੁਤ ਅਹਿਮ ਹਿੱਸਾ ਹੋਰ ਹੈ ਕਿ ਤੁਸੀਂ ਵੀਡੀਓ ਕਾਲ ਕਰ ਸਕੋ ਆਪਣੇ ਬੱਚਿਆਂ ਨਾਲ ਜਾਂ ਆਪਣੇ ਇੱਕ ਬਹੁਤ ਪਿਆਰੇ ਬੰਦੇ ਨਾਲ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੋਏ, ਕਿ ਮੈਂ ਇਹਦੇ ਜੀ ਨਾਲ 2 ਮਿੰਟ ਵੀ ਗੱਲ ਕਰਾਂ, ਮੈਨੂੰ ਬਹੁਤ ਹੀ ਚੰਗਾ ਲੱਗਦਾ, ਮੈਂ ਕੁਝ ਪਲ ਭੁੱਲ ਹੀ ਜਾਂਦੇ ਆ ਵੀ ਕਿੱਥੇ ਆ। ਉਹਦੇ ਨਾਲ ਜ਼ਰੂਰ 1-2 ਮਿੰਟ ਕੁਝ ਵੀ ਨਹੀਂ ਹੁੰਦੇ, ਤੁਸੀਂ ਵੀਡੀਓ ਕਾਲ ਕਰੋ ਤਾਂ ਤੁਸੀਂ ਅੱਛਾ ਫੀਲ ਕਰੋਗੇ, ਉਹਦੇ ਨਾਲ ਬੜਾ ਇਲੇਟਡ ਜਿਹਾ ਫੀਲ ਹੋ ਜਾਂਦਾ। ਜੀ ਤੇ ਅਗਲਾ, ਵੈਸੇ ਤਾਂ ਤੁਸੀਂ ਨਾ ਇਸ ਗੱਲ ਦੇ ਵਿੱਚ ਦੱਸ ਹੀ ਦਿੱਤਾ ਕਿ ਭੁੱਖ ਨਹੀਂ ਲੱਗਣੀ, ਪਰ ਫਿਰ ਵੀ ਥੋੜਾ ਜਿਹਾ ਇਸ ਤੇ ਹੋਰ ਦੱਸ ਦਿਓ ਕਿ ਭੁੱਖ ਨਾ ਲੱਗਣ ਦਾ ਕੀ ਕਾਰਨ ਹੈ। ਦੇਖੋ, ਬੜਾ ਅਹਿਮ ਇੱਕ ਸਿੰਪਟਮ ਹੈ ਡਾਕਟਰਾਂ ਵਾਸਤੇ ਕਿ ਜੇ ਭੁੱਖ ਨਹੀਂ ਲੱਗਦੀ, ਉਹਦੇ ਨਾਲ ਕੁਝ ਜਿਹੜੇ ਲੱਛਣ ਖਿਆਲ ਕਰਿਓ। ਜੇ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਦੇ ਨਾਲ ਲੱਛਣ ਨੇ, ਇੱਕ ਤਾਂ ਜੇ ਤੁਹਾਡਾ ਭਾਰ ਘਟਣ ਲੱਗ ਗਿਆ, ਜਾਂ ਤੁਹਾਨੂੰ ਬੁਖਾਰ ਲੰਬਾ ਹਲਕਾ ਹਲਕਾ ਰਹਿ ਰਿਹਾ, ਜਾਂ ਤੁਹਾਨੂੰ ਟੱਟੀਆਂ ਲੱਗ ਰਹੀਆਂ, ਜਾਂ ਟੱਟੀਆਂ 'ਚ ਖੂਨ ਆ ਰਿਹਾ ਹੈ, ਜਾਂ ਖੰਘ ਰਹਿਣ ਲੱਗ ਗਈ ਹੈ, ਜਾਂ ਉਲਟੀ ਨੂੰ ਦਿਲ ਕਰਦਾ ਹੈ, ਦਿਲ ਕੱਚਾ ਹੁੰਦਾ ਹੈ, ਜਾਂ ਤੁਹਾਡੇ ਸਰੀਰ ਦੇ ਕਿਸੇ ਹਿੱਸੇ ਵਿੱਚ ਤੁਹਾਨੂੰ ਲੱਗਦਾ ਕਿ ਸੋਜ਼ਿਸ਼ ਆਣੀ ਸ਼ੁਰੂ ਹੋਈ ਹੈ, ਜਾਂ ਖੁਰਕ ਹੋਣ ਲੱਗ ਗਈ ਹੈ, ਜਾਂ ਪੀਲੀਆ ਹੈ, ਤੁਹਾਨੂੰ ਲੱਗਦਾ ਪੀਲਾਪਨ ਸਰੀਰ ਤੇ ਆ ਰਿਹਾ, ਇਹ ਬਹੁਤ ਜ਼ਰੂਰੀ ਤੇ ਇੰਪੋਰਟੈਂਟ ਲੱਛਣ ਨੇ ਜਿਹੜੇ ਦੱਸਦੇ ਨੇ ਤੁਹਾਡੀ ਭੁੱਖ ਨਾ ਲੱਗਣ ਦਾ ਕਾਰਨ ਕੁਝ ਸੀਰੀਅਸ ਹੈ। ਤੁਰੰਤ ਡਾਕਟਰ ਕੋਲ ਜਾਓ। ਪਰ ਅਦਰਵਾਈਜ਼ ਵੀ ਇੱਕ ਭੁੱਖ ਨਾ ਲੱਗਣਾ ਆਮ ਲੱਛਣ ਉਦੋਂ ਵੀ ਹੋ ਸਕਦਾ ਹੈ ਕਿ ਤੁਸੀਂ ਬਹੁਤ ਫਰਾਈਡ ਫੂਡ ਖਾ ਲਿਆ ਤਾਂ ਅਗਲੀ ਵਾਰ ਦੀ ਤੁਹਾਡੀ ਭੁੱਖ ਮਰ ਜਾਂਦੀ, ਜਾਂ ਤੁਸੀਂ ਬਿਲਕੁਲ ਹੀ ਕਸਰਤ ਨਹੀਂ ਕਰ ਰਹੇ ਕਿ ਜਿੰਨੀ ਬਾਡੀ ਨੂੰ ਲੋੜ ਹੈ ਉਹਨਾਂ ਤੁਸੀਂ ਹਜ਼ਮ ਨਹੀਂ ਕਰ ਸਕ ਰਹੇ, ਸਿਟਿੰਗ ਜੌਬ ਹੈ, ਤਾਂ ਜੀ ਨੈਚੁਰਲੀ ਤੁਹਾਨੂੰ ਭੁੱਖ ਘੱਟ ਹੀ ਲੱਗੇਗੀ। ਇਸੇ ਤਰ੍ਹਾਂ ਜੇ ਤੁਸੀਂ ਡਿਪਰੈਸ਼ਨ ਵਿੱਚ ਗਏ ਹੋ ਤਾਂ ਦੋਨੋਂ ਪਾਸੇ ਤੁਰ ਜਾਂਦਾ। ਕਈ ਵਾਰ ਬਹੁਤ ਭੁੱਖ ਲੱਗਣ ਲੱਗ ਜਾਂਦੀ, ਤੁਸੀਂ weight gain ਕਰ ਜਾਂਦੇ ਹੋ, ਤੇ ਕਈ ਵਾਰ ਤੁਹਾਡੀ ਬਿਲਕੁਲ ਹੀ ਭੁੱਖ ਮਰ ਜਾਂਦੀ ਹੈ, ਤੁਸੀਂ ਲਿੱਸੇ ਪੈ ਜਾਂਦੇ ਹੋ। ਸੋ ਕੋਸ਼ਿਸ਼ ਕਰੋ ਇੱਕ ਤਾਂ ਸਟ੍ਰੈਸ ਤੋਂ ਬਾਹਰ ਆਓ। ਪਰ ਇਹ ਇੰਪੋਰਟੈਂਟ ਲੱਛਣ ਮੈਂ ਤਾਂ ਦੱਸੇ ਸੀ ਕਿ ਜੇ ਇਹਨਾਂ ਵਿੱਚੋਂ ਕੋਈ ਵੀ ਲੱਛਣ ਹੈ ਤਾਂ ਇਹ ਇਮੀਡੀਏਟਲੀ ਡਾਕਟਰੀ ਤੁਸੀਂ ਸਹਾਇਤਾ ਲੈਣ ਦੀ ਲੋੜ ਹੈ। ਜੀ ਤੇ ਇੱਕ ਜਿਹੜਾ ਬਹੁਤ ਕਾਮਨ ਆ ਸਾਡੇ ਇੱਥੇ ਲੋਕਾਂ ਨੂੰ ਖਾਸ ਕਰਕੇ ਰਹਿੰਦਾ, ਜੋੜਾਂ ਦਾ ਦਰਦ। ਉਹ ਕਿਸੇ ਉਮਰ 'ਚ ਵੀ ਹੋਵੇ ਤੇ ਉਹ ਕੁਛ ਤਾਂ ਵੈਦਰ ਦੇ ਕਰਕੇ ਵੀ, ਕਿਉਂਕਿ ਵੈਦਰ ਬੜਾ ਠੰਡਾ ਰਹਿੰਦਾ ਆ, ਤੇ ਦੂਜਾ ਇਹ ਹਰ ਦੂਜੇ ਇਨਸਾਨ ਨੂੰ ਹੀ ਆ ਜੋੜਾਂ ਦਾ ਦਰਦ। ਅਹ ਦੇਖੋ, ਮੈਨੂੰ ਮੈਕਸਿਮਮ ਫੋਨ ਜਿਹੜੇ ਬਾਹਰੋਂ ਪਹੁੰਚਦੇ ਨੇ, ਕੋਈ ਆਸਟ੍ਰੇਲੀਆ ਚੋਂ ਨੇ, ਕੋਈ ਨਿਊਜ਼ੀਲੈਂਡ ਤੋਂ, ਕੋਈ ਯੂਰਪ ਤੋਂ ਵੀ, ਜੀ ਕੈਨੇਡਾ ਤੋਂ ਵੀ, ਉਹ ਜੋੜਾਂ ਦੇ ਦਰਦ ਵਾਸਤੇ ਹੀ ਪਹੁੰਚ ਰਹੇ ਨੇ। ਜੀ ਮੈਂ ਜ਼ਰੂਰ ਥੋੜੀਆਂ ਜਿਹੀਆਂ ਚੀਜ਼ਾਂ ਦੱਸ ਦਿਆਂ, ਕਿਉਂਕਿ ਜੋੜਾਂ ਦੇ ਦਰਦ ਦਾ ਵੀ ਹੁਣ ਮੇਰੇ ਸਾਰੇ ਡਾਕਟਰ ਨਾਰਾਜ਼ ਵੀਰ ਹੋ ਜਾਣਗੇ, ਖਿਮਾ ਮੰਗਦੇ ਆ ਵੀ ਮੈਂ ਲੱਛਣ ਹੀ ਦੱਸਣ ਲੱਗੀਆਂ, ਇਲਾਜ ਤੁਸੀਂ ਕਰ ਲਿਓ। ਜੀ ਜੀ ਸੋ ਦੇਖੋ, ਕੁਝ ਚੀਜ਼ਾਂ ਨੇ, ਮੈਂ ਤੁਹਾਨੂੰ ਥੋੜਾ ਜਿਹਾ ਡਿਫਰੈਂਸ਼ੀਏਟ ਦਾ ਕਰਕੇ ਦੱਸਾਂ। ਇੱਕ ਲਫ਼ਜ਼ ਹੁੰਦਾ ਜੇ ਪੋਲੀਆਰਥਰੈਲਜੀਆ, ਇੱਕ ਲਫ਼ਜ਼ ਜੇ ਪੋਲੀਆਰਥਰਾਈਟਿਸ। ਸੋ ਜਿੱਥੇ ਆਈਟਿਸ ਹੋ ਗਿਆ, ਉਹ ਇਨਫਲੇਮੇਸ਼ਨ ਦੱਸਦਾ ਹੈ ਕਿ ਉੱਥੇ ਕੁਝ ਗੜਬੜ ਜੇ। ਸੋ ਵੈਸੇ ਦਰਦ ਹੋਣੀ, ਜਾਂ ਉਹ ਦਰਦ ਜਿਸ ਵਿੱਚ ਤੁਹਾਡਾ ਜੋੜ ਦੀ ਮੂਵਮੈਂਟ ਘਟ ਜਾਵੇ, ਜਾਂ ਤੁਹਾਡੇ ਉੱਥੇ ਸੋਜ਼ਿਸ਼ ਹੈ, ਜਾਂ ਹੱਥ ਲਾਏ ਤੇ ਪੇਨ ਹੈ, ਇਹ ਚੀਜ਼ਾਂ ਤਾਂ ਵਾਕਈ ਤੁਹਾਨੂੰ ਦਿਖਾਣੀਆਂ ਚਾਹੀਦੀਆਂ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਵਿੱਚ ਅਜੇ ਆਪਾਂ ਯੂਰਿਕ ਐਸਿਡ ਥੋੜਾ ਜਿਹਾ ਭੁੱਲ ਜਾਈਏ ਥੋੜੀ ਦੇਰ ਲਈ, ਉਹ ਨਹੀਂ, ਉਹਦੇ ਸਿਰਫ ਤੁਹਾਡਾ ਪੈਰ ਦੇ ਅੰਗੂਠੇ ਦੀ ਗੱਲ ਹੈ। ਪਰ ਉਸ ਤੋਂ ਇਲਾਵਾ ਕਈ ਨੇ, ਜਿਵੇਂ
ਆਸਟੀਓਮਲਾਈਟਿਸ ਹੋਣਾ ਸੌਰੀ ਇਹਦਾ ਜਦੋਂ ਆਪਣੇ ਉਮਰ ਵੱਧਦੀ ਆ ਆਸਟੀਓਮਲੇਸ਼ੀਆ ਹੋ ਜਾਂਦਾ ਜੇ, ਯਾਨੀ ਹੱਡੀਆਂ ਦੇ ਵਿੱਚੋਂ ਤੁਹਾਡੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਜੇ, ਜੀ ਉਹਦੇ ਨਾਲ ਵੀ ਤੁਹਾਡੇ ਜੋੜਾਂ 'ਚ ਵੀ ਪੀੜ ਹੋ ਸਕਦੀ ਜੇ। ਸੋ ਉਹਦੇ ਲਈ ਖਾਸ ਤੌਰ ਤੇ ਫੀਮੇਲਸ ਵਿੱਚ ਪੋਸਟ ਮੀਨੋਪੌਜ਼ਲ ਵਿੱਚ ਇਹ ਬਹੁਤ ਇੰਪੋਰਟੈਂਟ ਇਹਨਾਂ ਨੂੰ ਇਹ ਹੋ ਜਾਂਦੀ ਹੁੰਦੀ ਜੇ। ਜਾਂ ਫਿਰ ਆਸਟੀਓਆਰਥਰਾਈਟਿਸ, ਉਮਰ ਦੇ ਨਾਲ ਤੁਹਾਡੇ ਵਧਣ ਨਾਲ ਜੋੜ, ਜਿੰਨਾਂ ਤੁਸੀਂ ਕਈ ਵਾਰ ਆਮ ਭਾਸ਼ਾ 'ਚ ਕਹਿ ਦਿੰਦੇ ਹੋ ਕਿ ਗਰੀਜ਼ ਖਤਮ ਹੋ ਗਈ ਆ, ਇਹ ਉਹ ਚੀਜ਼ਾਂ ਦੀ ਟ੍ਰੀਟਮੈਂਟ ਦੀ ਲੋੜ ਪਤਾ ਜੇ ਅਸੀਂ ਰੈਗੂਲਰ ਵਾਕਿੰਗ ਕਰਦੇ ਰਹੀਏ ਤਾਂ ਇਸ ਚੀਜ਼ ਤੋਂ ਬਚ ਸਕਦੇ ਹਾਂ। ਯਾਨੀ ਤੁਹਾਡੀਆਂ ਹੱਡੀਆਂ ਕੁਦਰਤੀ ਤੌਰ ਤੇ ਮਜ਼ਬੂਤ ਹੋ ਜਾਂਦੀਆਂ ਨੇ ਜੇ ਤੁਸੀਂ ਕਸਰਤ ਰੈਗੂਲਰ ਕਰਦੇ ਰਹੋ, ਤੁਰਦੇ ਜੀ ਰਹੋ, ਕਿਉਂਕਿ ਮਸ਼ੀਨ ਵੀ ਜੇ ਨਾ ਵਰਤੋਂ ਕਰੋ ਖੜੀ ਪਈ ਤਾਂ ਉਹ ਵੀ ਖਰਾਬ ਹੋ ਜਾਂਦੀ ਹੈ, ਤੁਹਾਡੀ ਗੱਡੀ ਵੀ ਬਿਲਕੁਲ ਖਰਾਬ ਹੋ ਜਾਂਦੀ ਹੈ, ਉਸੇ ਤਰ੍ਹਾਂ ਸਰੀਰ ਜੇ। ਸੋ ਜੇ ਆਸਟੀਓਆਰਥਰਾਈਟਿਸ ਤੋਂ ਬਚਣਾ ਹੈ ਤਾਂ ਯਕੀਨਨ ਤੁਹਾਨੂੰ ਇਹ ਤੁਰਨਾ ਰਹੇ ਪਏਗਾ ਤੇ ਇੱਕ ਰਾਗੀ ਦਾ ਆਟਾ ਖਾਣਾ ਹੀ ਪਏਗਾ। ਸਰਵਾਈਕਲ ਦੀ ਬਹੁਤ ਆਮ ਗੱਲ ਹੁੰਦੀ ਜੇ, ਉਹ ਪਹਿਲਾਂ ਹੀ ਮੈਂ ਦੱਸ ਦਿਆਂ ਕਿ 올ਡ ਏਜ ਦੀ ਬਿਮਾਰੀ ਜੇ ਨਾ ਆਪਣੇ ਜਵਾਨੀ ਵਿੱਚ ਹਲਕੀ ਮਾੜੀ ਮੋਟੀ ਦਰਦ ਨੂੰ ਵੀ ਤੁਸੀਂ ਨਾ ਸਰਵਾਈਕਲ ਕਹਿ ਦਿਆ ਕਰੋ। ਪਰ ਜੇ ਆਰਥਰਾਈਟਸ ਦੇ ਨਾਲ ਤੁਹਾਨੂੰ ਯਾਨੀ ਜੋੜਾਂ 'ਚ ਸੋਜਿਸ਼ ਵੀ ਹੈ, ਸਾਰਾ ਕੁਝ ਹੈ, ਕੁਝ ਚੀਜ਼ਾਂ ਖਿਆਲ ਰੱਖਿਓ ਕਿ ਜੇ ਬੁਖਾਰ ਹੋਣ ਲੱਗ ਗਿਆ ਜਾਂ ਤੁਹਾਡੇ ਫੇਫੜਿਆਂ ਦੀ ਨਾਲ ਪ੍ਰੋਬਲਮ ਸ਼ੁਰੂ ਹੋਈ ਹੈ ਜਾਂ ਅੰਤੜੀਆਂ ਦੀ ਹੋਈ ਹੈ ਜਾਂ ਦਿਲ ਦੀ ਤਕਲੀਫ ਨਾਲ ਸ਼ੁਰੂ ਹੋਈ ਹੈ, ਇਹ ਦਰਦ ਜੇ ਕਿਸੇ ਵੀ ਥਾਂ ਤੇ ਹੈ ਜੋੜਾਂ ਦੀ, ਉਹ ਤੁਹਾਨੂੰ ਜ਼ਰੂਰ ਡਾਕਟਰੀ ਸਲਾਹ ਲੈਣ ਦੀ ਲੋੜ ਹੈ। ਇੱਕ ਰੂਮੇਟੋਇਡ ਆਰਥਰਾਈਟਿਸ ਹੋਵੇ, ਉਹ ਵੀ ਤੁਹਾਨੂੰ ਟ੍ਰੀਟਮੈਂਟ ਕਰਾਣੀ ਪਏਗੀ। ਐਨਕਾਇਲੋਜ਼ਿੰਗ ਸਪੌਂਡਲਾਈਟਿਸ ਵੀ ਇੱਕ ਬਿਮਾਰੀ ਹੈ ਜਿਹਦੇ ਲਈ ਤੁਹਾਨੂੰ ਇਲਾਜ ਕਰਾਉਣਾ ਪੈਣਾ ਹੈ। ਇਸੇ ਤਰ੍ਹਾਂ ਜੇ ਗਠੀਆ ਹੋ ਗਿਆ ਜੀ ਤਾਂ ਉਹ ਇਹਨਾਂ ਚੀਜ਼ਾਂ ਲਈ ਤੁਹਾਨੂੰ ਇਹ ਤਿੰਨੋਂ ਚੀਜ਼ਾਂ ਲਈ ਰੈਸਟ ਦੀ ਲੋੜ ਹੈ। ਬਾਕੀ ਚੀਜ਼ਾਂ ਦੀ ਸਗੋਂ ਜੋੜਾਂ ਦੀ ਦਰਦ ਵਿੱਚ ਜਿੰਨਾ ਅਸੀਂ ਤੁਰਾਂ ਫਿਰਾਂਗੇ ਉਹ ਛੇਤੀ ਠੀਕ ਹੋ ਜਾਂਦੇ ਨੇ, ਬਜਾਏ ਕਿ ਬਹਿ ਜਾਈਏ ਦਰਦ ਨਾਲ, ਉਹ ਪ੍ਰੋਬਲਮ ਕ੍ਰੀਏਟ ਕਰੇਗਾ। ਤੁਰਨਾ ਫਿਰਨਾ ਬਹੁਤ ਲਾਜ਼ਮੀ ਜੇ। ਸੋ ਮੇਨ ਤਾਂ ਸਿਰਫ ਇਹ ਜਿਹੜੇ ਮੈਂ ਲੱਛਣ ਦੱਸੇ ਨੇ, ਜੇ ਉਹੀ ਜਿਹੇ ਸਿੰਪਟਮਸ ਨੇ ਤੁਸੀਂ ਨਾਲ ਤੁਹਾਡੇ ਯਾਨੀ ਹੋਰ ਸਿਸਟਮ ਇਨਵੋਲਵਮੈਂਟ ਹੈ ਤਾਂ ਜ਼ਰੂਰ ਚੈੱਕ ਕਰੋ। ਵਰਨਾ ਜੇ ਆਰਥਰੈਲਜੀਆ ਹੀ ਹੈ ਕਿ ਹਾਂਜੀ ਦਰਦ ਹੀ ਹੁੰਦੀ ਹੈ ਤਾਂ ਤੁਰੋ ਫਿਰੋ ਠੀਕ ਹੋ ਜਾਏਗਾ, ਉਹਦਾ ਮਤਲਬ ਹੈ ਕਿ ਮਿਲੋ ਗਿਲੋ ਨਿਕਲੋ ਤਾਂ ਜੀ ਉਹ ਸੱਦਾ ਦੇ ਰਿਹਾ ਰੱਬ ਵੀ ਭਾਈ ਜੇ ਨਹੀਂ ਮੰਜੇ ਤੇ ਪੈਣਾ ਤਾਂ ਤੁਰ ਲਓ। ਜੀ ਤੇ ਇੱਕ ਹੁਣ ਲਾਸਟ ਸਵਾਲ ਆ, ਕਹਿੰਦੇ ਕਿ ਆਵਾਜ਼ ਭਾਰੀ ਹੋ ਰਹੀ ਆ, ਇਸ ਦਾ ਕੀ ਕਾਰਨ ਹੈ? ਬਹੁਤ ਐਕਚੁਅਲੀ ਇਹ ਸੀਰੀਅਸ ਜਿਹੀ ਚੀਜ਼ ਹੈ, ਸਵਾਏ ਇਹਦੇ ਕਿ ਜਦੋਂ ਬੱਚਾ ਜਵਾਨੀ 'ਚ ਪੈਰ ਧਰ ਰਿਹਾ ਉਸ ਸਮੇਂ ਦੀ ਆਵਾਜ਼ ਦੀ ਤਬਦੀਲੀ ਖਾਸ ਕਰ ਮੁੰਡਿਆਂ ਵਿੱਚ ਨਾਰਮਲ ਜੇ। ਉਸ ਤੋਂ ਬਾਅਦ ਦੀ ਮੈਂ ਐਡਵਾਈਜ਼ ਕਰਾਂਗੀ ਕਿ ਜੇ ਤੁਹਾਡਾ ਟੈਂਪਰੇਰੀ ਕੁਝ ਗਲਾ ਖਰਾਬ ਹੋਇਆ ਤੇ ਤੁਹਾਡਾ ਹਫਤੇ ਦੇ ਵਿੱਚੋਂ ਠੀਕ ਹੋ ਰਿਹਾ ਤਾਂ ਕੋਈ ਗੱਲ ਨਹੀਂ, ਗਰਾਰੇ ਕਰ ਲਓ ਤੁਸੀਂ। ਪਰ ਜੇ ਉਹ ਲੰਮੇ ਸਮੇਂ ਤੱਕ ਰਹਿ ਰਿਹਾ ਤਾਂ ਖਿਆਲ ਕਰੋ ਇੱਕ ਤੁਹਾਡੇ ਥਾਇਰੋਇਡ ਦੀ ਜੀ ਪ੍ਰੋਬਲਮ ਨਾ ਹੋ ਰਹੀ ਹੋਵੇ। ਆਪਣੇ ਗਲੇ ਦੀ ਇਮੀਡੀਏਟਲੀ ਜ਼ਰੂਰ ਚੈੱਕਅਪ ਕਰਾਓ, ਕਿਉਂਕਿ ਦੇਖੋ ਕੁਝ ਕਿਸਮਾਂ ਨੇ ਜਿਹਦੇ 'ਚ ਤੁਹਾਡੇ ਵੋਕਲ ਕਾਰਡਸ ਜਾਂ ਤੁਹਾਡਾ ਨਰਵ ਜੇ ਰੀਕਰੈਂਟ ਰਿੰਜੀਅਲ, ਇੱਥੇ ਨਰਵ ਦੀ ਇਨਵੋਲਵਮੈਂਟ, ਇਹ ਚੀਜ਼ਾਂ ਨੇ ਜਿਹੜੀਆਂ, ਜਾਂ ਟੀਬੀ ਜੇ ਫੇਫੜਿਆਂ ਦੀ ਉਹਦੇ ਵਿੱਚ ਵੀ, ਜਾਂ ਇਸ ਹਿੱਸੇ ਦੀ ਵੀ ਟੀਬੀ ਵਿੱਚ ਹੋ ਜਾਂਦੀ ਹੈ। ਇਹਨਾਂ ਵਿੱਚ ਇੰਪੋਰਟੈਂਟ ਜੇ ਇੱਕ ਖਾਸ ਅਹਿਮ ਕੈਂਸਰ ਜਿਹਨੂੰ ਜੀ ਅਸੀਂ ਡਿਲੇ ਕਰ ਜਾਂਦੇ ਆ ਕਈ ਵਾਰ ਕਿ ਇਹ ਕੋਈ ਨਾ ਜੇ ਹੋਰ ਦੇਖਦੇ ਆ, ਉੜ ਪੁੜ ਕਰ ਲੈਂਦੇ ਆ, ਤਾਂ ਉਹ ਇੱਕ ਵਾਰ ਜੇ ਸੈਕਿੰਡ ਸਟੇਜ ਤੇ ਪਹੁੰਚ ਜਾਏ ਬਹੁਤ ਮਾੜੇ ਹਾਲ ਵਿੱਚ ਲੈ ਜਾਂਦਾ ਹੈ। ਜਦਕਿ ਪਹਿਲੀ ਸਟੇਜ ਵਿੱਚ ਇਹ ਕੁਦਰਤ ਨੇ ਸਾਨੂੰ ਹਲਕੀ ਦੀ ਆਵਾਜ਼ ਤਬਦੀਲੀ ਨਾਲ ਹੀ ਦੱਸ ਦਿੰਦਾ ਕਿ ਫਰਸਟ ਸਟੇਜ ਹੈ, ਟ੍ਰੀਟਮੈਂਟ ਕਰਾਓ ਤੇ ਤੁਸੀਂ ਲਗਭਗ ਇਸ ਬਿਮਾਰੀ ਤੋਂ ਮੁਕਤੀ ਪਾ ਸਕਦੇ ਹੋ। ਸੋ ਆਵਾਜ਼ ਦਾ ਭਾਰਾਪਨ ਰੱਬ ਦਾ ਵਾਸਤਾ ਜੇ ਓੜ ਪੋੜ ਨਾ ਕਰਿਓ, ਇਹਨੂੰ ਤੁਰੰਤ ਚੈੱਕਅਪ ਦੀ ਲੋੜ ਹੈ। ਜ਼ਰੂਰ ਡਿਟੇਲਡ ਚੈੱਕਅਪ ਕਰਵਾ ਲਓ ਕਿ ਕਿਸ ਰੀਜ਼ਨ ਕਰਕੇ ਆਵਾਜ਼ 'ਚ ਭਾਰਾਪਨ ਹੋ ਰਿਹਾ ਹੈ। ਜੀ ਤੇ ਭੈਣ ਜੀ ਲਾਸਟ ਦੇ ਵਿੱਚ ਜਿਵੇਂ ਮੈਂ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਲਾਸਟ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਇਹੋ ਜਿਹੇ ਮੈਸੇਜ ਆਏ ਆ ਜਿਹਦੇ 'ਚ ਸ਼ਲਾਘਾ ਕੀਤੀ ਗਈ ਹੈ ਇਹਨਾਂ ਪ੍ਰੋਗਰਾਮਾਂ ਦੀ। ਤੇ ਇੱਕ ਵੀਰ ਦਾ ਮੈਸੇਜ ਆਇਆ ਸੀ, ਕਹਿੰਦੇ ਕਿ ਅੱਧਿਓਂ ਜ਼ਿਆਦਾ ਮਰੀਜ਼ ਤਾਂ ਮੈਨੂੰ ਲੱਗਦਾ ਭੈਣ ਜੀ ਹੁਣਾਂ ਦੇ ਮਿੱਠੇ ਬੋਲ ਸੁਣ ਕੇ ਉੱਥੇ ਜਾ ਕੇ ਅੱਧੀ ਬਿਮਾਰੀ ਤੋਂ ਉਹਨਾਂ ਦੀ ਉਹੀ ਦੂਰ ਹੋ ਜਾਂਦੀ ਹੋਣੀ ਆ ਗੱਲਾਂ ਸੁਣ ਕੇ। ਤੇ ਉਹਨਾਂ ਨੇ ਬੜਾ ਧੰਨਵਾਦ ਕੀਤਾ, ਕਹਿੰਦੇ ਕਿ ਸਮਾਂ ਤੁਸੀਂ ਕੱਢਦੇ ਹੋ ਇੰਨੀ ਬਿਜ਼ੀ ਲਾਈਫ ਦੇ ਵਿੱਚੋਂ
ਪ੍ਰੋਗਰਾਮ ਦਿੰਦੇ ਹੋ, ਇਹਦੇ ਲਈ ਵੀ ਧੰਨਵਾਦ ਕੀਤਾ। ਤੇ ਤੁਸੀਂ ਕੀ ਕਹੋਗੇ ਜੀ ਸਾਰੇ ਸੁਣਨ ਵਾਲਿਆਂ ਨੂੰ? ਅੱਜ ਆਪਾਂ ਸਾਰਿਆਂ ਦੇ ਜਵਾਬ ਤਾਂ ਦੇ ਦਿੱਤੇ ਆ। ਹਾਂ, ਦੇਖੋ ਭੈਣ ਜੀ, ਦੋ ਤਰਫਾ ਸਾਂਝ ਹੁੰਦੀ ਜੇ। ਜੀ ਜਦੋਂ ਆਪਾਂ ਕਹਿੰਦੇ ਆ ਨਾ ਕਿ ਪਿਆਰ ਵੀ ਕਿਸੇ ਨਾਲ ਇੱਕ ਤਰਫਾ ਹੋਏ ਤਾਂ ਉਹ ਵੀ ਓਨਾ ਅਸਰਦਾਰ ਨਹੀਂ ਹੁੰਦਾ, ਪਰ ਜਦੋਂ ਇੱਕ ਸਾਂਝ ਅਜਿਹੀ ਹੋਵੇ ਜੋ ਕਿ ਜ਼ਬਾਨ ਦੇ ਨਾਲ ਅਸੀਂ ਡੂੰਘੀ ਇੱਕ ਗੰਢੀ ਹੋਵੇ, ਮੇਰਾ ਖਿਆਲ ਹੈ ਤੁਸੀਂ ਤੇ ਮੈਂ ਇੰਨੀ ਦੂਰ ਬੈਠੇ ਸੱਚੀ ਜਾਣਿਓ ਇੰਜ ਲੱਗਦਾ ਹੀ ਨਹੀਂ ਕਿ ਆਪਾਂ ਇੰਨੀ ਦੂਰ ਜੀ ਬੈਠੇ, ਮੈਨੂੰ ਇੰਜ ਹੀ ਲੱਗਦਾ ਤੁਹਾਡੇ ਨਾਲ ਦੀ ਸੀਟ ਤੇ ਹੀ ਬੈਠੀ ਆ। ਬਿਲਕੁਲ ਜੀ। ਪਰ ਉਹ ਪਿਆਰ, ਉਹ ਨਿੱਘ ਸਾਡੀ ਜ਼ਬਾਨ ਦਾ ਜੇ। ਦੂਜੀ ਚੀਜ਼, ਅਸੀਂ ਨਿਸਵਾਰਥ ਹੋ ਕੇ ਸਿਰਫ ਇਹ ਅੱਜ ਕੋਸ਼ਿਸ਼ ਕਰ ਰਹੇ ਹਾਂ ਇਸ ਪ੍ਰੋਗਰਾਮ ਰਾਹੀਂ ਕਿ ਸਾਂਝੀ ਟੀਵੀ ਦੇ ਸਾਂਝਾ ਟੀਵੀ ਰਾਹੀਂ ਸਾਡੇ ਦੋਨਾਂ ਦਾ ਮਕਸਦ ਇੱਕੋ ਹੀ ਹੈ ਕਿ ਜੇ ਅਸੀਂ ਇੱਕ ਵੀ ਕਿਸੇ ਜਣੇ ਦਾ ਤਕਲੀਫ ਜੇ ਦੂਰ ਕਰ ਸਕਦੇ ਹੋਈਏ, ਜੋ ਕਿ ਘਰ ਬੈਠ ਕੇ ਉਹ ਆਪਣੇ ਕੁਦਰਤੀ ਚੀਜ਼ਾਂ ਰਾਹੀਂ ਠੀਕ ਕਰ ਸਕੇ, ਉਹ ਇੱਕੋ ਇੱਕ ਮਕਸਦ ਹੈ ਕਿ ਇੰਨਾ ਕੁ ਅਸੀਂ ਉਹਨਾਂ ਦੀਆਂ ਰੂਹਾਂ ਤੱਕ ਪਹੁੰਚ ਸਕੀਏ। ਜੀ ਤੋ ਜੇ ਇਹ ਪ੍ਰੋਗਰਾਮ ਉਹਨਾਂ ਨੇ ਚਲਾਇਆ ਹੈ, ਚੰਗਾ ਉਹਨਾਂ ਨੂੰ ਲੱਗਿਆ, ਤਾਂ ਮੇਰਾ ਬੇਨਤੀ ਇੱਕੋ ਹੀ ਹੈ ਕਿ ਇਹ ਸਿਰਫ ਇੱਕ ਜ਼ਬਾਨ ਦੀ ਸਾਂਝ ਸੀ। ਜੇ ਇਹੀ ਚੀਜ਼ ਅਸੀਂ ਮਾੜੀ ਸ਼ਬਦਾਵਲੀ ਚ ਬੋਲੀਏ ਸ਼ਾਇਦ ਕੋਈ ਸੁਣਨਾ ਨਾ ਚਾਹੇ। ਤਾਂ ਜੇ ਅਸੀਂ ਇਸੇ ਤਰ੍ਹਾਂ ਮਿੱਠੇ ਸੁਨੇਹੇ ਇੱਕ ਦੂਜੇ ਨੂੰ ਦਿੰਦੇ ਰਹੀਏ, ਆਪਣੀ ਜ਼ਬਾਨ ਵੀ ਲੰਬੇ ਸਮੇਂ ਤੱਕ ਜ਼ਿੰਦਾ ਰੱਖ ਸਕਾਂਗੇ ਤੇ ਉਹਦੇ ਨਾਲ ਆਪਣੀ ਪਿਆਰੀ ਜਿਹੀ ਮਾਂ ਦੀ ਯਾਦ ਵੀ ਰੱਖ ਸਕਾਂਗੇ, ਜਿਨੇ ਸਾਨੂੰ ਆਪਣੀ ਗੋਦ ਵਿੱਚੋਂ ਇਹ ਜ਼ਬਾਨ ਬਖਸ਼ੀ ਸੀ। ਤੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਇਹ ਜ਼ਬਾਨ ਅਸੀਂ ਜੇ ਜਿਉਂਦੀ ਰੱਖ ਗਏ ਤਾਂ ਸਾਡੀ ਸਰਹੱਦੋਂ ਪਾਰ, ਭਾਵੇਂ ਸਾਡਾ ਪਾਕਿਸਤਾਨ ਵਿੱਚ ਵੀ ਵੀਰ ਪੰਜਾਬੀ ਵਸਦਾ ਹੋਏਗਾ, ਭਾਵੇਂ ਦੁਨੀਆ ਦੇ 7 ਸਮੁੰਦਰ ਪਾਰ ਵਿੱਚ ਕਿਸੇ ਵੀ ਮੁਲਕ ਵਿੱਚ ਬੈਠਾ ਹੋਏਗਾ, ਉਹ ਜੁੜਿਆ ਤਾਂ ਸਾਡੇ ਨਾਲ ਇਸ ਮਾਂ ਬੋਲੀ ਪੰਜਾਬੀ ਸਦਕਾ। ਤੋ ਹੱਥ ਜੋੜ ਕੇ ਇੱਕ ਵਾਰ ਫਿਰ ਬੇਨਤੀ ਜੇ ਕਿ ਇਸ ਮਾਂ ਦੀ ਜ਼ਬਾਨ ਨੂੰ ਨੀਵਾਂ ਨਾ ਮੰਨਿਓ। ਇਹ ਜਿੰਨਾ ਅਸੀਂ ਛਾਤੀ ਨਾਲ ਲਾ ਕੇ ਰੱਖਾਂਗੇ, ਓਨਾ ਹੀ ਇਹ ਸਾਡਾ ਪਰਚਮ ਹੋਰ ਉੱਚਾ ਲਹਿਰਾਂਦੀ ਰਹੇਗੀ। ਜੀ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਸਮਾਂ ਦੇਣ ਦੀ। ਅਗਲੀ ਵਾਰ ਫਿਰ ਮੁਲਾਕਾਤ ਹੋਵੇਗੀ। ਖਿਆਲ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸਾਂਝੀ ਗੱਲਬਾਤ, ਸਵਾਲ ਤੁਹਾਡੇ, ਜਵਾਬ ਸਾਡੇ। ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਲੈ ਸਕੀਏ। ਬਹੁਤ ਸਾਰੇ ਤੁਸੀਂ ਸਵਾਲ ਭੇਜੇ ਸੀ, ਸਾਰਿਆਂ ਦੇ ਜਵਾਬ ਤੁਹਾਡੇ ਨੇ ਲਏ। ਤੇ ਇੱਕ ਗੱਲ ਜਿਹੜੀ ਭੈਣ ਜੀ ਹੁਣਾਂ ਦੀ ਮੇਰੇ ਦਿਲ ਨੂੰ ਟੁੰਬ ਗਈ ਕਿ ਇਹ ਸਮਾਂ ਵੀ ਲੰਘ ਜਾਏਗਾ। ਜੇ ਅਸੀਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਉੱਠਦੇ ਆਪਣੀਆਂ ਅੱਖਾਂ ਦੇ ਸਾਹਮਣੇ ਕਿਤੇ ਲਿਖ ਕੇ ਰੱਖ ਲਈਏ, ਬੇਸ਼ੱਕ ਉਹ ਖੁਸ਼ੀ ਦਾ ਸਮਾਂ ਆ, ਬੇਸ਼ੱਕ ਗਮੀ ਦਾ ਸਮਾਂ ਆ, ਅਸੀਂ ਇਹ ਸਮਝ ਲਈਏ ਕਿ ਇਹ ਸਮਾਂ ਆ, ਇਹ ਲੰਘ ਜਾਵੇਗਾ ਤੇ ਜ਼ਿੰਦਗੀ ਬੜੀ ਸੁਖਾਲੀ ਹੋ ਜਾਵੇਗੀ। ਸਾਂਝੀ ਗੱਲਬਾਤ, ਸਵਾਲ ਤੁਹਾਡੇ, ਜਵਾਬ ਸਾਡੇ। ਕੋਸ਼ਿਸ਼ ਆ ਤੁਹਾਡੇ ਦਿਲਾਂ ਤੱਕ ਇਹਨਾਂ ਗੱਲਾਂ ਨੂੰ ਲੈ ਕੇ ਆਉਣ ਦੀ। ਕਿਵੇਂ ਲੱਗਦੇ ਪ੍ਰੋਗਰਾਮ? ਫੀਡਬੈਕ ਜ਼ਰੂਰ ਦਿਆ ਕਰੋ। ਅਗਲੀ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਹੋਰ ਕਿਸੇ ਸ਼ਖਸੀਅਤ ਨੂੰ ਲੈ ਕੇ, ਹੋਰ ਗੱਲਾਂ ਬਾਤਾਂ ਲੈ ਕੇ ਇਸੇ ਪ੍ਰੋਗਰਾਮ ਦੇ ਰਾਹੀਂ। ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ। ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।